ਜਗੀਰ ਸਿੰਘ ਕਾਹਲੋਂ ਉਹਨਾਂ ਨਾਲ ਮਿਲ ਕੇ ਕੁਝ ਗੱਲਾਂ ਬਾਤਾਂ ਇੱਥੋਂ ਦੀਆਂ ਤੇ ਕੁਝ ਗੱਲਾਂ ਭਾਰਤ ਦੀਆਂ ਅਸੀਂ ਕਰਾਂਗੇ ਤੁਹਾਡੇ ਨਾਲ ਸਾਂਝੀਆਂ। ਸੋ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਕਰ ਲਈਏ ਜੀ ਆਇਆਂ ਨੂੰ, ਵੈਲਕਮ। ਬਹੁਤ ਮਿਹਰਬਾਨੀ ਗਿੱਲ ਸਾਹਿਬ। ਪ੍ਰੋਫੈਸਰ ਸਾਹਿਬ ਆਪਾਂ ਪਹਿਲਾਂ ਵੀ ਵੈਸੇ ਡਿਸਕਸ ਕਰ ਚੁੱਕੇ ਹਾਂ, ਖਬਰ ਜਿਹੜੀ ਬੜੀ ਮੰਦਭਾਗੀ ਪਿਛਲੇ ਦਿਨਾਂ ਤੋਂ ਚੱਲ ਰਹੀ ਆ, ਜਿਹਦੀ ਕਾਫੀ ਚਰਚਾ ਆ ਕਿ ਲੰਡਨ ਅੰਟਾਰੀਓ 'ਚ ਇੱਕ ਸਿਰਫਿਰੇ ਵਿਅਕਤੀ ਨੇ ਜਿਹੜਾ ਆ ਉਹ ਇੱਕ ਕਾਰਾ ਕੀਤਾ ਸੀ, ਇੱਕ ਪੂਰੇ ਦਾ ਪੂਰਾ ਮੁਸਲਿਮ ਪਰਿਵਾਰ ਜਿਹੜਾ ਉਹਨੂੰ ਖਤਮ ਕਰਤਾ। ਇੱਕ ਬੱਚਾ 9 ਸਾਲ ਦਾ ਸਿਰਫ ਬਚਿਆ ਸੀ ਸਰਵਾਈਵਲ ਉਸ ਪਰਿਵਾਰ ਦਾ, ਔਰ ਲੋਕਾਂ ਨੇ ਵਿੱਚ ਭਾਰੀ ਇਸ ਗੱਲ ਨੂੰ ਲੈ ਕੇ ਰੋਸ ਆ, ਔਰ ਕਿਹਾ ਜਾ ਰਿਹਾ ਹੈ ਕਿ ਇਹਦੇ ਪਿੱਛੇ ਕੋਈ ਜਥੇਬੰਦੀ ਅਜੇ ਤੱਕ ਜਿਹੜੀ ਆ ਉਹ ਪਤਾ ਨਹੀਂ ਲੱਗ ਸਕੀ, ਪਤਾ ਨਹੀਂ ਏਜੰਸੀਆਂ ਦਾ ਤਰੀਕਾ ਕੰਮ ਕਰਨ ਦਾ ਢਿੱਲਾ ਮੱਠਾ ਹੈ ਜਾਂ ਕੀ ਆ। ਇਹ ਪੋਸੀਬਲ ਤਾਂ ਹੈ ਨਹੀਂ ਕਿ ਕੋਈ ਇੰਡੀਵਿਜੂਅਲ ਬੰਦਾ ਉੱਠ ਕੇ ਇਸ ਤਰ੍ਹਾਂ ਦੀ ਗੱਲ ਕਰੇ, ਅਨਲੈਸ ਕਿ ਕੋਈ ਨਾ ਕੋਈ ਪਿੱਛੇ ਤਾਕਤਾਂ ਐਸੀਆਂ ਨਾ ਹੋਣ ਜਿਹੜੀਆਂ ਉਹਨਾਂ ਦਾ ਬ੍ਰੇਨ ਵਾਸ਼ ਕਰਦੀਆਂ ਹੋਣ। ਔਰ ਦੂਸਰੇ ਪਾਸੇ ਮੁਸਲਿਮ ਜਿਹੜਾ ਭਾਈਚਾਰਾ ਉਹ ਕਾਫੀ ਤਾਦਾਦ ਵਿੱਚ ਲੰਡਨ 'ਚ ਹੈ ਜੀ, ਕਾਫੀ ਸਾਰੇ ਲੋਕ ਇੱਥੋਂ ਟੋਰਾਂਟੋ ਤੋਂ ਸ਼ਿਫਟ ਹੋ ਕੇ ਵੀ ਉੱਥੇ ਗਏ ਹੋਏ ਨੇ, ਜਿੱਦਾਂ ਮਿਲਟਨ ਹੈ, ਮਿਸੀਸਾਗਾ ਹੈ, ਜਿੱਥੇ ਜਿੱਥੇ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਡੀ ਸਿੱਖਾਂ ਦੀ ਪੰਜਾਬੀਆਂ ਦੀ ਵਸੋਂ ਜ਼ਿਆਦਾ ਬਰੈਂਪਟਨ 'ਚ ਆ, ਇਸ ਤਰ੍ਹਾਂ ਕੁਝ ਸਿਟੀ ਨੇ ਜਿੱਦਾਂ ਮਿਸੀਸਾਗਾ, ਆਪਣਾ ਮਿਲਟਨ, ਲੰਡਨ 'ਚ ਕਾਫੀ ਜ਼ਿਆਦਾ ਉਹਨਾਂ ਦੀ ਆਬਾਦੀ ਆ। ਤੇ ਇਹ ਜਿਹੜੀ ਘਟਨਾ ਇਹਦੇ ਤੇ ਬੜਾ ਅਫਸੋਸ ਹੈ। ਉੱਥੇ ਪਹੁੰਚੇ ਨੇ ਵੈਸੇ ਟਰੂਡੋ ਸਾਹਿਬ ਵੀ ਅਫਸੋਸ ਕਰਨ, ਔਰ ਲੋਕਾਂ 'ਚ ਭਾਰੀ ਇਸ ਗੱਲ ਨੂੰ ਲੈ ਕੇ ਜਿਹੜਾ ਗੁੱਸਾ ਜਾਂ ਰੰਜ ਹੈ ਕਿ ਇਸ ਮੁਲਕ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਨਹੀਂ ਚਾਹੀਦੀਆਂ। ਇਹ ਜਿਹੜੀ ਲੰਡਨ ontario ਵਾਲੀ ਘਟਨਾ ਹੈ ਜੀ, ਇਹ ਬਿਲਕੁਲ ਮੈਨੂੰ ਲੱਗਦਾ ਵੀ ਇਹ ਕਿਸੇ ਏਜੰਸੀ ਦੀ ਆ, ਇਹ ਪਲਾਨ ਨਾਲ ਹੋਇਆ ਕੰਮ ਆ, ਕਿਉਂਕਿ ਉਹ ਵਿਅਕਤੀ ਜਿਹੜਾ ਆ ਉਹ ਸਧਾਰਨ ਵਿਅਕਤੀ ਨਹੀਂ ਹੈ। ਉਹਨੂੰ ਜ਼ਰੂਰ ਕਿਸੇ ਨਾ ਕਿਸੇ ਕਿਸਮ ਦੀ ਜਿਹੜੀ ਟ੍ਰੇਨਿੰਗ ਆ ਜਾਂ ਉਹਦੇ ਕੋਈ ਲਿੰਕ ਹੈਗੇ ਆ, ਕਿਉਂਕਿ ਇਹ ਵੀ ਪਤਾ ਲੱਗਾ ਬਈ ਉਹਨੇ ਜਿਹੜੀ ਬੁਲਟ ਪ੍ਰੂਫ ਜੈਕਟ ਆ ਉਹ ਪਾਈ ਸੀਗੀ, ਤੇ ਜੇ ਉਹਨੂੰ ਕੋਈ ਖਤਰਾ ਲੱਗਦਾ ਸੀਗਾ ਜਾਂ ਕੋਈ ਇਸ ਕਿਸਮ ਦੀ ਗੱਲ ਸੀਗੀ ਤੇ ਤਾਂ ਹੀ ਬੁਲਟ ਪ੍ਰੂਫ ਜੈਕਟ ਪਾਉਣ ਦੀ ਸੰਭਾਵਨਾ ਆ। ਔਰ ਦੂਜਾ ਇਹ ਆ ਕਿ ਉਹਨੇ ਜਾਣ ਬੁੱਝ ਕੇ ਜਿਹੜਾ ਮੁਸਲਿਮ ਕਮਿਊਨਿਟੀ ਦੇ ਇਹ ਮੈਂਬਰ ਸੀਗੇ ਉਹਨਾਂ ਦੇ ਉੱਤੇ ਗੱਡੀ ਚੜਾਈ ਆ, ਤੇ ਇਹ ਬਹੁਤ ਨਮੋਸ਼ੀ ਵਾਲੀ ਬੜੀ ਇੱਕ ਘਿਨਾਉਣੀ ਕਾਰਵਾਈ ਆ, ਬਹੁਤ ਨਿੰਦਣਯੋਗ ਘਟਨਾ ਆ। ਇਹ ਚੰਗਾ ਹੋਇਆ ਬਈ ਕੱਲ ਜਦੋਂ ਵਿਜਿਲ ਸੀਗੀ ਤਾਂ ਉੱਥੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਸਲਿਮ ਕਮਿਊਨਿਟੀ ਦੇ ਲੋਕ ਤੇ ਗੈਰ ਮੁਸਲਿਮ ਕਮਿਊਨਿਟੀ ਦੇ ਲੋਕ ਵੀ ਪਹੁੰਚੇ, ਤੇ ਨਾਲ ਦੀ ਨਾਲ ਸਾਡੇ ਜਿਹੜੇ ਲੀਡਰ ਹੈਗੇ ਆ, ਪ੍ਰਾਈਮ ਮਿਨਿਸਟਰ ਵੀ ਪਹੁੰਚੇ, ਤੇ ਉਹਦੇ 'ਚ ਸਾਡੇ ਜਿਹੜੇ ontario ਦੇ ਪ੍ਰੀਮੀਅਰ ਆ ਉਹ ਵੀ ਪਹੁੰਚੇ, ਜਗਮੀਤ ਸਿੰਘ ਜਿਹੜੇ ਕਿ NDP ਦੇ ਲੀਡਰ ਆ ਉਹ ਵੀ ਪਹੁੰਚੇ। ਇਹ ਉਹਨਾਂ ਦਾ ਇੱਕ ਚੰਗਾ ਜੈਸਚਰ ਆ, ਬੜੀ ਉਹਨਾਂ ਦੀ ਇੱਕ ਚੰਗੀ ਭਾਵਨਾ ਆ। ਪਰੰਤੂ ਮੈਂ ਗਿੱਲ ਸਾਹਿਬ ਇਹ ਮਹਿਸੂਸ ਕਰਦਾ ਹਾਂ ਭਈ ਇਹ ਭਾਵਨਾ ਤਾਂ ਚੰਗੀ ਹੈਗੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਇਹ ਬਹੁਤ ਜ਼ਰੂਰੀ ਆ ਬਈ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਕੈਨੇਡਾ 'ਚ ਹੁੰਦੀਆਂ ਆ, ਉਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਜਿਹੜੇ ਵਿਅਕਤੀ ਆ ਉਹਨਾਂ ਦੀ ਬਹੁਤ ਛੇਤੀ ਜ਼ਮਾਨਤ ਹੋ ਜਾਂਦੀ ਆ। ਜਿੱਦਾਂ ਇਹਦੇ 'ਚ ਵੀ ਜਿੱਦਾਂ ਜਾਣਕਾਰੀ ਮਿਲੀ ਆ ਭਈ ਫਸਟ ਡਿਗਰੀ ਤੇ ਸੈਕੰਡ ਡਿਗਰੀ ਮਰਡਰ ਦਾ ਜਿਹੜਾ ਚਾਰਜ ਆ ਉਹ ਲੱਗਾ ਆ, ਤੇ ਜਿਹੜਾ ਸੈਕੰਡ ਡਿਗਰੀ ਵਾਲਾ ਉਹ ਤਾਂ ਜਿੱਦਾਂ 304 ਆਪਣੇ ਇੰਡੀਆ 'ਚ ਹੈਗੀ ਉਹਦੇ ਵਰਗਾ ਆ, ਤੇ ਨਾਲ ਦੀ ਨਾਲ ਜਿੱਥੇ ਜ਼ਮਾਨਤ ਇਹਨਾਂ ਦੀ ਹੋ ਜਾਂਦੀ ਹੈ ਉੱਥੇ ਇੱਕ ਹੋਰ ਬੜਾ ਗਲਤ ਕਿਸਮ ਦਾ ਰੁਝਾਨ ਹੈ। ਜਿੱਦਾਂ ਤੁਹਾਨੂੰ ਪਤਾ ਹੋਣਾ ਕਿ 2 ਸਾਲ ਪਹਿਲਾਂ ਡਾਊਨਟਾਊਨ ਟੋਰਾਂਟੋ ਦੇ ਵਿੱਚ ਇੱਕ ਸਿਰਫਿਰੇ ਵਿਅਕਤੀ ਨੇ ਦਰਜਨ ਤੋਂ ਉੱਪਰ ਬੰਦੇ ਜਿਹੜੇ ਆ ਉਹ ਉੱਤੇ ਵੈਨ ਚੜਾ ਕੇ ਮਾਰ ਦਿੱਤੇ ਸੀਗੇ, ਤੇ ਉਹ ਵਕੀਲ ਜਦੋਂ ਉਹਨੇ ਕੀਤਾ ਤੇ ਵਕੀਲ ਇਹ ਦਲੀਲ ਪੇਸ਼ ਕਰਦਾ ਬਈ ਉਹ ਦਿਮਾਗੀ ਤੌਰ ਤੇ ਜੀ ਸੰਤੁਲਿਤ ਵਿਅਕਤੀ ਨਹੀਂ ਸੀਗਾ, ਤੇ ਇਹ ਜਿਹੜੀ ਦਿਮਾਗੀ ਤੌਰ ਤੇ ਸੰਤੁਲਿਤ ਨਾ ਹੋਣ ਵਾਲੀ ਗੱਲ ਹੈਗੀ ਆ, ਇਹ ਮੈਂ ਸਮਝਣਾ ਵੀ ਇੱਕ ਬੜਾ ਵੱਡਾ ਧੋਖਾ ਵੀ ਕਹਿ ਲਓ ਇਹਨੂੰ। ਜੇ ਉਹਨਾਂ ਦੀ ਦਿਮਾਗੀ ਸੰਤੁਲਨ ਗਿੱਲ ਸਾਹਿਬ ਠੀਕ ਨਹੀਂ ਹੁੰਦਾ, ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਕਿਉਂ ਦਿੱਤਾ ਜਾਂਦਾ ਜਿਹਦਾ ਦਿਮਾਗੀ ਸੰਤੁਲਨ ਹੀ ਨਹੀਂ ਠੀਕ। ਸੋ ਇਹ ਜਿਹੜੀ ਲੰਡਨ ਵਾਲੀ ਘਟਨਾ ਆ ਇਹ ਬਹੁਤ ਵੱਡੀ ਇਹਦੇ ਪਿੱਛੇ ਸਾਜ਼ਿਸ਼ ਲੱਗਦੀ ਆ ਜੀ, ਤੇ ਇਹ ਜ਼ਰੂਰ ਹੌਲੀ ਹੌਲੀ ਮੇਰਾ ਖਿਆਲ ਆ ਵੀ
ਏਜੰਸੀਜ਼ ਜਿਹੜੀਆਂ ਹੈਗੀਆਂ ਪ੍ਰੋਫੈਸਰ ਸਾਹਿਬ, ਉਹ ਲੱਗੀਆਂ। ਏਜੰਸੀਆਂ ਇੱਥੋਂ ਦੀਆਂ ਕਾਫੀ ਐਫੀਸ਼ੀਐਂਟ ਨੇ ਜਦੋਂ ਕਿਸੇ ਚੀਜ਼ ਦੇ ਮਗਰ ਪੈਂਦੀਆਂ ਨੇ। ਤੁਹਾਨੂੰ ਯਾਦ ਹੋਣਾ ਕਿ ਜੇ ਕੋਈ ਇਸ ਤਰ੍ਹਾਂ ਦਾ ਰੈਕਟ ਨਾ ਫੜਨਾ ਹੁੰਦਾ ਜਾਂ ਕਰਨਾ ਹੁੰਦਾ ਤੇ ਫਿਰ ਉਹ ਸਾਰੀਆਂ ਏਜੰਸੀਆਂ ਮਿਲ ਕੇ ਕੰਮ ਕਰਦੀਆਂ ਨੇ। ਪਿਛਲੇ ਸਾਲ ਦੀ ਯਾਦ ਹੈ ਮੈਨੂੰ ਕਿ 26-27 ਵੱਖ-ਵੱਖ ਏਜੰਸੀਆਂ ਨੇ, ਪੁਲਿਸ ਨੇ ਮਿਲ ਕੇ ਇੱਕ ਵੱਡਾ ਰੈਕਟ ਫੜਿਆ ਸੀਗਾ। ਔਰ ਖਾਸ ਕਰਕੇ ਇਹਦੀ ਜਿਹੜੀ ਬੈਕਗ੍ਰਾਉਂਡ 'ਚ ਜੋ ਚੱਲ ਰਿਹਾ, ਜਿਹੜੇ ਤੁਸੀਂ ਕਾਨੂੰਨ ਦੀਆਂ ਕਹਿ ਰਹੇ ਹੋ ਨਾ, ਲੂਪ ਹੋਲ ਔਰ ਚੋਰ ਮੋਰੀਆਂ ਵੀ ਜਲਦੀ ਜ਼ਮਾਨਤ ਹੋ ਜਾਣਾ, ਜਾਂ ਮਤਲਬ ਕੈਨੇਡਾ ਦਾ ਕਾਨੂੰਨ ਜਿਹੜਾ ਕਿਸੇ ਨਾ ਕਿਸੇ ਹੱਦ ਤੱਕ ਸੌਫਟ ਜ਼ਰੂਰ ਹੈ, ਲੋਕੀ ਉਹ 'ਚੋਂ ਰਾਹ ਕੱਢ ਲੈਂਦੇ ਨੇ। ਪਰ ਇਹਦੇ ਬਾਵਜੂਦ ਇਹ ਵੀ ਤੇ ਮੰਨਿਆ ਜਾਂਦਾ ਨਾ ਜੀ, ਜਿਹਦਾ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਕੋਈ ਧੱਕੇਸ਼ਾਹੀ ਵਾਲਾ ਕਾਨੂੰਨ ਨਾ ਬਣੇ। ਜੇ ਥੋੜਾ ਜਿਹਾ ਵੀ ਜਿੱਦਾਂ ਪੁਲਿਸ ਕਾਰਡਨ ਕਰਦੀ ਸੀ ਲੋਕਾਂ ਨੂੰ ਚੈੱਕ ਕਰਨ ਵਾਸਤੇ, ਤੇ ਬੜਾ ਵੱਡਾ ਵਿਰੋਧ ਦਿਖਾਇਆ ਜਾਂਦਾ ਸੀ ਕਿ ਪੁਲਿਸ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਰਾਹ ਜਾਂਦੇ ਨੂੰ ਕਾਰਡਨ ਕਰਕੇ ਤੇ ਉਹਦੀ ਤਲਾਸ਼ੀ ਲੈ ਸਕੇ, ਔਰ ਉਹ ਵਾਪਸ ਲੈਣਾ ਪਿਆ ਸੀਗਾ। ਕਿਤੇ ਨਾ ਕਿਤੇ ਇੱਕ ਵਧੀਆ ਰਵਾਇਤਾਂ ਵੀ ਨੇ ਇਹ ਡੈਮੋਕ੍ਰੇਸੀ ਦੀਆਂ ਕਿ ਮੁਲਕ ਜਿਹੜਾ ਆ ਹਰ ਸ਼ਹਿਰੀ ਨੂੰ ਪੂਰਨ ਆਜ਼ਾਦੀ ਦਿੰਦਾ ਹੈ, ਪਰ ਨਾਲ ਦੀ ਨਾਲ ਦੂਜੇ ਵਿਅਕਤੀ ਦੀ ਆਜ਼ਾਦੀ ਦੇ ਉੱਤੇ ਜਦੋਂ ਹਮਲਾ ਹੁੰਦਾ ਤਾਂ ਫਿਰ ਲੋੜ ਜ਼ਰੂਰ ਮਹਿਸੂਸ ਹੁੰਦੀ ਆ ਕਿਉਂਕਿ ਐਸੇ ਕਦਮ ਉਠਾਏ ਜਾਣ ਕਿ ਇਹੋ ਜਿਹੇ ਅਨਸਰ ਜਿਹੜੇ ਆ ਉਹ ਸਿਰ ਨਾ ਚੁੱਕ ਸਕਣ। ਇਹ ਬਿਲਕੁਲ ਠੀਕ ਹੈ ਜੀ। ਤੇ ਜਿਹੜੇ ਕਾਨੂੰਨੀ ਚੋਰ ਮੋਰੀਆਂ ਜਿਹਨੂੰ ਤੁਸੀਂ ਕਿਹਾ, ਇਹ ਬੰਦ ਵੀ ਹੋਣੀਆਂ ਚਾਹੀਦੀਆਂ। ਤੇ ਨਾਲ ਦੀ ਨਾਲ ਗਵਰਨਮੈਂਟ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਇਹ ਹੇਟ ਕ੍ਰਾਈਮ ਜਿਹੜਾ ਉਹ ਇੱਕ ਦਿਨ 'ਚ ਤਾਂ ਡਿਵੈਲਪ ਨਹੀਂ ਹੁੰਦਾ। ਇਹਦੇ ਪਿੱਛੇ ਕਿਹੜੀਆਂ ਕਿਹੜੀਆਂ ਤਾਕਤਾਂ ਕੰਮ ਕਰਦੀਆਂ, ਕਿਹੜੀਆਂ ਕਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ, ਕਿਹੜੀਆਂ ਕਿਹੜੀਆਂ ਏਜੰਸੀਆਂ ਕੰਮ ਕਰਦੀਆਂ, ਉਹ ਮੇਰਾ ਖਿਆਲ ਹੈ ਜੀ ਜ਼ਰੂਰ ਉਹਨਾਂ ਨੂੰ ਸਤਰਕ ਰਹਿਣਾ ਚਾਹੀਦਾ ਆ। ਤੇ ਇਹ ਇਸ ਕਿਸਮ ਦਾ ਜਿਹੜਾ ਕ੍ਰਾਈਮ ਹੈ, ਜਿਹੜਾ ਕ੍ਰਾਈਮ ਅਗੇਂਸਟ ਇੱਕ ਕਮਿਊਨਿਟੀ ਨਹੀਂ ਹੈ, ਇਹ ਕ੍ਰਾਈਮ ਅਗੇਂਸਟ ਹਿਊਮੈਨਿਟੀ ਆ। ਤੇ ਸਾਡਾ ਜਿਹੜਾ ਕੈਨੇਡਾ ਮੁਲਕ ਆ, ਇਹ ਬੜਾ ਸ਼ਾਂਤਮਈ ਔਰ ਡੈਮੋਕ੍ਰੈਟਿਕ ਮੁਲਕ ਆ। ਇਹਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਹੋਣੀਆਂ ਜਿਹੜੀਆਂ ਉਹ ਬਹੁਤ ਚਿੰਤਾ ਵੀ ਪੈਦਾ ਕਰਦੀਆਂ, ਫਿਕਰ ਵੀ ਪੈਦਾ ਕਰਦੀਆਂ। ਤੇ ਇਹਦੇ ਜਿਹੜੇ ਆਉਣ ਵਾਲੇ ਸਿੱਟੇ ਹੈਗੇ ਆ ਉਹ ਵੀ ਜਿਹੜੇ ਆ, ਉਹ ਜਦੋਂ ਇੱਕ ਕਮਿਊਨਿਟੀ ਤੇ ਅਟੈਕ ਹੁੰਦਾ ਹੈਗਾ ਤਾਂ ਉਹਦੇ ਵਿੱਚ ਬੇਗਾਨਗੀ ਦੀ ਭਾਵਨਾ ਵੀ ਆਉਂਦੀ ਹੈਗੀ ਆ। ਔਰ ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਕਿਸੇ ਇੱਕ ਕਮਿਊਨਿਟੀ ਦੇ ਵਿੱਚ ਬੇਗਾਨਗੀ ਦੀ ਭਾਵਨਾ ਆਉਣ ਦਾ ਮਤਲਬ ਇਹ ਆ ਕਿ ਜਿਹੜੀਆਂ ਹੋਰ ਕਮਿਊਨਿਟੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਇਸ ਕਿਸਮ ਦੀ ਜਿਹੜੀ ਭਾਵਨਾ ਆਉਂਦੀ ਆ। ਤੇ ਇਹ ਡੈਮੋਕ੍ਰੇਸੀ ਵਾਸਤੇ, ਮੁਲਕ ਵਾਸਤੇ, ਸਮਾਜ ਵਾਸਤੇ ਤੇ ਭਾਈਚਾਰਿਆਂ ਵਾਸਤੇ ਬਹੁਤ ਇੱਕ ਖਤਰਨਾਕ ਗੱਲ ਹੈਗੀ ਆ। ਕਿਉਂਕਿ ਹਰ ਦੇਸ਼ ਵਿੱਚ, ਖਾਸ ਕਰਕੇ ਜਿਹੜਾ ਇੱਕ ਡੈਮੋਕ੍ਰੇਟਿਕ ਤੇ ਸੈਕੂਲਰ ਦੇਸ਼ ਆ, ਉਹਦੇ ਵਿੱਚ ਜਿਹੜੀ ਮਨੁੱਖ ਦੀ ਆਜ਼ਾਦੀ ਆ ਜਿਹਦੀ ਤੁਸੀਂ ਗੱਲ ਕੀਤੀ ਆ ਹੁਣੇ, ਉਹ ਵੀ ਬਹੁਤ ਜ਼ਰੂਰੀ ਆ। ਪਰ ਮਨੁੱਖ ਦੀ ਆਜ਼ਾਦੀ ਦੇ ਨਾਲ ਨਾਲ ਮਨੁੱਖ ਦੀ ਜ਼ਿੰਦਗੀ ਨੂੰ ਬਚਾਉਣਾ, ਮਨੁੱਖ ਦੀ ਜ਼ਿੰਦਗੀ ਨੂੰ ਸੇਫ ਰੱਖਣਾ, ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਆ। ਔਰ ਇਹ ਘਟਨਾਵਾਂ ਜਿਹੜੀਆਂ ਇਸ ਕਿਸਮ ਦੀਆਂ ਉਹ ਫਿਕਰਮੰਦੀ ਪੈਦਾ ਕਰਦੀਆਂ। ਇਹਦੇ ਸਬੰਧ ਦੇ ਵਿੱਚ ਸਰਕਾਰ ਨੂੰ ਵੀ ਸਤਰਕ ਰਹਿਣ ਦੀ ਲੋੜ ਆ ਤੇ ਜਿਹੜੇ ਭਾਈਚਾਰੇ ਆ ਉਹਨਾਂ ਨੂੰ ਵੀ ਸਤਰਕ ਰਹਿਣ ਦੀ ਲੋੜ ਆ। ਬਿਲਕੁਲ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਕਿਹਾ ਆ ਕਿ ਜਿਸ ਤਰ੍ਹਾਂ ਸੈਕੰਡ ਡਿਗਰੀ ਮਰਡਰ ਦਾ ਕੇਸ ਕਰਨਾ ਤੇ ਉਹ 304 ਵਰਗਾ ਗੱਲ ਹੁੰਦੀ ਹੈ, ਜਿਹਨੂੰ ਸ਼ਾਇਦ ਉੱਥੇ ਇਰਾਦਾ ਕਤਲ ਕਹਿੰਦੇ ਆ, ਕਤਲ ਕਰਨਾ ਨਹੀਂ ਕਿਹਾ ਜਾਂਦਾ। ਪਰ ਇੱਕ ਖਬਰ ਇਹ ਵੀ ਆਈ ਆ ਕਿ ਜਦੋਂ ਉਹਨੂੰ ਪੁਲਿਸ ਪਾਰਟੀ ਅਰੈਸਟ ਕਰਨ ਗਈ ਤੇ ਉਹ ਬੰਦਾ ਅੱਗੋਂ ਮੁਸਕਰਾ ਰਿਹਾ ਸੀ, ਯਾਨੀ ਕਿ ਉਹਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਨਹੀਂ ਸੀਗਾ। ਇੱਥੋਂ ਇਹ ਸਾਬਤ ਜ਼ਰੂਰ ਹੁੰਦਾ ਹੈ ਕਿ ਉਹਦੇ ਪਿੱਛੇ ਕੋਈ ਨਾ ਕੋਈ ਐਸੀ ਫੋਰਸ ਜ਼ਰੂਰ ਆ ਜਿਨਨੇ ਉਹਦਾ ਬ੍ਰੇਨ ਵਾਸ਼ ਕੀਤਾ। ਤੇ ਇਹੋ ਜਿਹੇ ਵਿਅਕਤੀ ਨੂੰ ਜਾਂ ਇਹੋ ਜਿਹੇ ਗਰੁੱਪਾਂ ਨੂੰ ਉਹਨਾਂ ਦੇ ਨਾਲ ਇਨਸਾਨੀਅਤ ਦੇ ਤੌਰ ਤੇ ਜਦੋਂ ਹਮਦਰਦੀ ਦੀ ਗੱਲ ਹੁੰਦੀ ਆ ਤੇ ਕਈ ਵਾਰ ਉਹ ਬੜਾ ਮਜ਼ਾਕ ਦੇ ਪਾਤਰ ਵੀ ਬਣਦੇ ਆ ਕਿ ਇਹ ਲੋਕ ਜਿਹੜੇ ਆ ਫਿਰ ਉਹ ਇਸੇ ਕਰਕੇ ਹੀ ਉਹਨਾਂ ਦਾ ਹੌਸਲਾ ਵੱਧਦਾ ਹੈ ਕਿ ਸਾਨੂੰ ਕਿਹੜਾ ਕੁਝ ਹੋ ਚੱਲਿਆ। ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਉਹ ਲਗਾਤਾਰ ਅੰਜਾਮ ਦਿੰਦੇ ਨੇ। ਅੱਜ ਲੰਡਨ ਹੋ ਗਈ ਆ, ਕੱਲ ਕਿਤੇ ਹੋਰ ਹੋ ਜਾਏਗੀ। ਆਪਾਂ ਨੂੰ ਅਜੇ ਕੱਲ ਵਾਂਗੂ ਯਾਦ ਹੈ ਕਿ ਟੋਰਾਂਟੋ 11 ਵਿਅਕਤੀਆਂ ਨੂੰ ਇਸ ਤਰ੍ਹਾਂ ਹੀ ਕੁਚਲ ਕੇ ਮਾਰ ਦਿੱਤਾ ਸੀਗਾ ਡਾਊਨਟਾਊਨ ਦੇ ਵਿੱਚ, 2 ਸਾਲ ਪਹਿਲਾਂ ਦੀ ਗੱਲ ਹੈ ਸ਼ਾਇਦ। ਇਹਦੇ 'ਚ ਇਹ ਆ ਜੀ ਕਿ ਮੈਂ ਮਹਿਸੂਸ ਕਰਦਾ, ਮੈਂ ਕੋਈ ਕਾਨੂੰਨੀ ਮਾਹਰ ਤਾਂ ਨਹੀਂਗਾ, ਪਰੰਤੂ ਇਹਦੇ ਉੱਤੇ ਜਾਂਚ ਪੜਤਾਲ ਕਰਕੇ ਨਾ ਕਿ ਕਿਹੜੀ ਏਜੰਸੀ ਨਾਲ ਇਹਨਾਂ ਦੇ ਲਿੰਕ ਆ, ਇਹਦੇ ਤੇ ਜੇ ਟੈਰਰਿਸਟ ਐਕਟ ਲੱਗੇ ਤਾਂ ਫਿਰ ਕੁਛ ਇਹਦੀ ਜ਼ਮਾਨਤ ਵਗੈਰਾ ਹੋਣ ਦੇ ਚਾਂਸ ਘੱਟ ਹੋਣਗੇ। ਸੋ ਇਹ ਕਾਨੂੰਨੀ ਗੱਲਾਂ ਜਿਹੜੀਆਂ ਹੈਗੀਆਂ ਉਹ ਕਾਨੂੰਨਦਾਨ ਦੱਸ ਸਕਦੇ ਆ।
ਪਰ ਅਸੀਂ ਤਾਂ ਇੱਕ ਮੀਡੀਆਕਾਰ ਹੋਣ ਦੇ ਨਾਤੇ, ਇੱਕ ਇਨਸਾਨ ਹੋਣ ਦੇ ਨਾਤੇ ਇਹ ਮਹਿਸੂਸ ਕਰਦੇ ਹਾਂ ਭਈ ਇਹਨੂੰ ਕਿਸੇ ਵੀ ਤਰੀਕੇ ਨਾਲ ਵਧਣ ਨਹੀਂ ਦਿੱਤਾ ਜਾਣਾ ਚਾਹੀਦਾ, ਇਹਨੂੰ ਨੱਥ ਪਾਈ ਜਾਣੀ ਚਾਹੀਦੀ ਆ। ਔਰ ਉਹਦਾ ਤਰੀਕਾ ਇਹੀ ਆ ਕਿ ਸਰਕਾਰ ਦੀਆਂ ਏਜੰਸੀਆਂ, ਪੁਲਿਸ ਸਤਰਕ ਰਵੇ ਔਰ ਜਿਹੜੀਆਂ ਇਸ ਕਿਸਮ ਦੀਆਂ ਟੈਰਰਿਸਟ ਆਰਗੇਨਾਈਜੇਸ਼ਨਸ ਹੈਗੀਆਂ ਜਾਂ ਇਦਾਂ ਦੀ ਬਦਅਮਨੀ ਫੈਲਾਉਣ ਵਾਲੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਦੇ ਉੱਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਆ। ਬਿਲਕੁਲ ਪ੍ਰੋਫੈਸਰ ਸਾਹਿਬ, ਪਿਛਲੇ ਦਿਨੀ ਜਦੋਂ ਟਰੰਪ ਰਾਂ ਦਾ ਵਵੇਲਾ ਖੜਾ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤੇ ਕੁਝ ਇੱਕ ਘਟਨਾਵਾਂ ਹੋਈਆਂ ਸੀਗੀਆਂ ਵਾਸ਼ਿੰਗਟਨ ਡੀਸੀ ਦੇ ਵਿੱਚ, ਉਦੋਂ ਟਰੂਡੋ ਹੋਰਾਂ ਦਾ ਬਿਆਨ ਆਇਆ ਸੀ ਕਿ ਕੈਨੇਡਾ ਪੂਰੀ ਤਰ੍ਹਾਂ ਸਤਰਕ ਆ ਕਿ ਇਹੋ ਜਿਹੀਆਂ ਤਾਕਤਾਂ ਕੈਨੇਡਾ ਵਰਗੇ ਅਮਨਪਸੰਦ ਮੁਲਕ 'ਚ ਬਿਲਕੁਲ ਸਿਰ ਨਾ ਚੁੱਕਣ, ਅਸੀਂ ਹਰ ਪ੍ਰਬੰਧ ਕਰਾਂਗੇ। ਸੋ ਉਹਨਾਂ ਨੂੰ ਆਪਣੇ ਸ਼ਬਦਾਂ ਤੇ ਰਹਿਣਾ ਚਾਹੀਦਾ ਔਰ ਇਹੋ ਜਿਹੀਆਂ ਤਾਕਤਾਂ ਨੂੰ ਇਸ ਤਰ੍ਹਾਂ ਦੀ ਜਦੋਂ ਥਿਊਰੀ ਆ ਜਾਂਦੀ ਆ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀਗਾ, ਉਹਨੂੰ ਜੌਬ ਤੋਂ ਕੱਢ ਦਿੱਤਾ ਗਿਆ ਸੀਗਾ, ਤੇ ਜੇ ਕਦੇ ਉਹਦੇ ਨਾਂ ਦੇ ਨਾਲ ਮਗਰ ਖਾਨ ਉਰਲਾ ਕੁਝ ਲੱਗਿਆ ਹੁੰਦਾ ਤੇ ਚੱਟ ਉਹਦਾ ਜਿਹੜਾ ਜੋੜ ਆ ਏਜੰਸੀਆਂ ਨੇ ਵੀ ਕਿਸੇ ਨਾ ਕਿਸੇ ਐਸੀ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਕਰ ਦੇਣਾ ਸੀ ਕਿ ਉਹ ਉਮਰ ਭਰ ਜੇਲ੍ਹ 'ਚ ਧੱਕੇ ਖਾਂਦਾ ਰਹਿੰਦਾ। ਬਿਲਕੁਲ ਠੀਕ ਹੈ ਜੀ। ਇਸ ਕਿਸਮ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਆ, ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਇਹੋ ਜਿਹੀਆਂ ਘਟਨਾਵਾਂ ਨਾਲ ਜਿੱਦਾਂ ਤੁਸੀਂ ਵੀ ਦੱਸਿਆ ਵੀ ਨਾਂ ਦੇ ਪਿਛਲੇ ਹਿੱਸੇ ਤੋਂ ਜਿਹੜੀ ਪਛਾਣ ਹੁੰਦੀ ਆ ਤਾਂ ਉਹਨਾਂ ਦੇ ਖਿਲਾਫ ਹੋਰ ਤਰੀਕੇ ਨਾਲ ਕਾਰਵਾਈ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਪਿੱਛੇ ਉਸ ਕਿਸਮ ਦੀ ਪਛਾਣ ਨਹੀਂ ਹੁੰਦੀ ਉਹਨਾਂ ਦੇ ਨਾਲ ਹੋਰ ਤਰ੍ਹਾਂ ਕਾਰਵਾਈ ਕੀਤੀ ਜਾਂਦੀ ਆ। ਇਹ ਜਿਹੜਾ ਵਿਤਕਰਾ ਆ, ਡਿਸਕ੍ਰਿਮੀਨੇਸ਼ਨ ਆ ਜਿਹੜੀ, ਇਹ ਹੀ ਬੇਗਾਨਗੀ ਦੀ ਭਾਵਨਾ ਪੈਦਾ ਕਰਦੀ ਆ ਔਰ ਇਹਦੇ ਬੜੇ ਮਾੜੇ ਨਤੀਜੇ ਨਿਕਲਦੇ ਆ। ਭਾਰਤ ਦੇ ਵਿੱਚ ਅਸੀਂ ਦੇਖਿਆ ਹੈਗਾ ਕਿ ਪਹਿਲਾਂ ਸਿੱਖਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਕੀਤੀ ਗਈ, ਫਿਰ ਮੁਸਲਮਾਨਾਂ ਦੇ ਵਿੱਚ ਪੈਦਾ ਕੀਤੀ ਗਈ ਔਰ ਇਹਦਾ ਜਿਹੜਾ ਨਤੀਜਾ ਨਿਕਲਦਾ ਉਹ ਦੇਸ਼ ਲਈ, ਸਮਾਜ ਲਈ ਤੇ ਵਰਲਡ ਲਈ ਵੀ ਹਾਨੀਕਾਰਕ ਹੁੰਦਾ ਹੈਗਾ। ਸੋ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਆ, ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਤੇ ਇਨਸਾਫ ਦੇਣ ਦੇ ਤਰੀਕੇ ਨਾਲ, ਤਾਂ ਕਿ ਸੁਸਾਇਟੀ ਜਿਹੜੀ ਆ ਉਹਦੇ ਵਿੱਚ ਅਮਨ ਅਮਾਨ ਨਾਲ ਲੋਕ ਰਹਿ ਸਕਣ ਜੀ। ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਜੀ ਭਾਰਤੀ ਕਰ ਲੈਂਦੇ ਆ। ਉਸ ਤੋਂ ਪਹਿਲਾਂ ਕੋਵਿਡ ਦੀ ਜਿਹੜੀ ਸਥਿਤੀ ਹੈ ਜੀ ਉਹ ਕਾਫੀ ਕੰਟਰੋਲ ਹੋ ਗਈ ਹੈ ਇੱਥੇ। ਹਾਲਾਂਕਿ ਭਾਰਤ ਵਿੱਚ ਤੇ ਸਮਾਚਾਰ ਇਸ ਤਰ੍ਹਾਂ ਦੇ ਆ ਰਹੇ ਆ ਕਿ ਅਜੇ ਵੀ ਉੱਥੇ ਜਿਹੜੀ ਆ ਮਹਾਮਾਰੀ ਦਾ ਪ੍ਰਕੋਪ ਜਿਹੜਾ ਵਾ ਉਹ ਜਾਰੀ ਆ, ਭਾਵੇਂ ਅੰਕੜੇ ਸਰਕਾਰ ਵੱਲੋਂ ਘੱਟ ਦਿਖਾਏ ਜਾ ਰਹੇ ਆ, ਪਰ ਇੱਥੇ ਕਿਉਂਕਿ ਹੁਣ ਕਾਫੀ ਸਾਰੀ ਵੈਕਸੀਨ ਉਪਲਬਧ ਹੋ ਗਈ ਆ, ਲੋਕਾਂ ਦੇ ਰੀਸਕੈਜੂਅਲ ਹੋ ਰਹੇ ਆ ਔਰ ਜਿਹੜੇ ਕੇਸ ਆ ਉਹ ਵੀ ਸ਼ੁਰੂਆਤੀ ਦੌਰ ਤੋਂ ਵੀ ਘੱਟ, ਜਿਹੜੇ ਕਿ 60, 65, 70 ਦੇ ਨੇੜੇ ਰਹਿ ਗਏ ਆ, ਉਹ ਬਹੁਤ ਘੱਟ ਕੇਸ ਜਿਹੜੇ ਆ ਉਹ ਨਜ਼ਰ ਆ ਰਹੇ ਆ। ਸੋ ਇਹ ਇੱਕ ਚੰਗੀ ਖਬਰ ਆ ਔਰ ਆਉਣ ਵਾਲੇ ਦਿਨਾਂ 'ਚ ਕਾਫੀ ਖੁੱਲ੍ਹਾ ਮਿਲਣ ਦੀ ਜਿਹੜੀ ਸੰਭਾਵਨਾ, ਅਸੀਂ ਕੱਲ ਪਰਸੋਂ ਵੀ ਗੱਲ ਕਰਦੇ ਸੀਗੇ ਕਿ ਉਹ ਹੁਣ ਜਿਹੜੀ ਆ ਉਹ ਦਿਨ ਨੇੜੇ ਆ ਕਿ ਲੋਕ ਜਿਹੜੇ ਆ ਉਹ ਘਰਾਂ ਤੋਂ ਬਾਹਰ ਨਿਕਲ ਸਕਣਗੇ। ਇੱਥੋਂ ਤੱਕ ਕਿ ਹੁਣ ਖੁੱਲ੍ਹ ਇਹ ਵੀ ਦਿੱਤੀ ਜਾ ਰਹੀ ਆ ਕਿ ਜਿਹੜੇ ਲੌਂਗ ਟਰਮ ਕੇਅਰ ਜਿਹੜੇ ਹੈਗੇ ਸੀ, ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ, ਉਹਨਾਂ ਨੂੰ ਅਲਾਓ ਕਰ ਦਿੱਤਾ ਕਿ ਉਹ ਆਪਣੇ ਰਿਸ਼ਤੇਦਾਰਾਂ ਵਗੈਰਾ ਨੂੰ ਚੰਗੀ ਤਰ੍ਹਾਂ ਮਿਲ ਗਿਲ ਸਕਣ ਜੀ। ਨਹੀਂ, ਇਹ ਖੁਸ਼ੀ ਦੀ ਗੱਲ ਹੈ ਜੀ, ਚੰਗੀ ਗੱਲ ਆ ਜੀ। ਔਰ ਇਹਦਾ ਕ੍ਰੈਡਿਟ ਜਿਹੜਾ ਹੈਗਾ ਉਹ ਸਾਡੇ ਪ੍ਰਬੰਧ ਨੂੰ ਵੀ ਜਾਂਦਾ, ਸਾਡੇ ਡਾਕਟਰਾਂ ਨੂੰ ਜਾਂਦਾ ਹੈਗਾ, ਜਿਹੜਾ ਕੋਵਿਡ ਨਾਲ ਲੜ ਰਿਹਾ ਫਰੰਟ ਲਾਈਨ ਦੇ ਉੱਤੇ ਸਾਡੇ ਨਾਗਰਿਕ ਨੇ, ਉਹਨਾਂ ਸਾਰਿਆਂ ਨੂੰ ਜਾਂਦਾ ਹੈ, ਡਾਕਟਰਾਂ ਨੂੰ, ਨਰਸਾਂ ਨੂੰ, ਜਿਹੜੇ ਵੀ ਇਹਦੇ 'ਚ ਇਨਵੋਲਵਡ ਹੈਗੇ ਆ। ਸੋ ਇਹ ਖੁਸ਼ੀ ਦੀ ਗੱਲ ਵੀ ਆ ਜੀ ਔਰ ਇਹ ਸਾਡੇ ਲਈ ਚੰਗੇ ਭਾਗਾਂ ਵਾਲੀ ਗੱਲ ਵੀ ਆ ਜੀ। ਬਿਲਕੁਲ। ਹੁਣ ਭਾਰਤ ਵੱਲ ਜੇ ਚੱਲੀਏ ਤਾਂ ਇੱਕ ਉੱਥੋਂ ਵੱਡੀ ਖਬਰ ਆ ਰਹੀ ਆ ਕਿ ਪੰਜਾਬ ਦੇ ਬਠਿੰਡਾ ਇਲਾਕੇ 'ਚ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਇੱਕ ਤਸਕਰ ਕੋਈ ਜਾ ਰਹੇ ਸੀਗੇ, ਉਹਨਾਂ ਨੂੰ ਰੋਕਿਆ ਗਿਆ ਤੇ I-20 ਗੱਡੀ ਦੇ ਵਿੱਚ ਬੈਠੇ ਉਹਨਾਂ ਵਿਅਕਤੀਆਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀ ਚਲਾ ਦਿੱਤੀ ਅੰਧਾਧੁੰਦ ਤੇ 2 ASI ਜਿਹੜੇ ਸੀਗੇ ਉਹ ਮਾਰੇ ਗਏ ਸੀਗੇ। ਤੇ ਉਹ ਜਿਹੜੇ ਤਸਕਰ ਆ ਉਹਨਾਂ ਦਾ ਨਾਂ ਬਾਅਦ ਚ ਲਾਇਆ ਕਿ ਇੱਕ ਜੈਪਾਲ ਭੁੱਲਰ ਦੀ, ਜਿਹੜਾ ਕਿ ਗੈਂਗਸਟਰ ਤੋਂ ਮੁੜ ਕੇ ਉਹ ਮਾਫੀਆ ਜਿਹੜਾ ਹੁੰਦਾ ਡਰੱਗ ਮਾਫੀਆ ਉਹ ਚ ਕਨਵਰਟ ਹੋਇਆ ਸੀ, ਤੇ ਉਹਦਾ ਇੱਕ ਸਾਥੀ ਸੀ ਜੱਸੀ, ਜਿਨ੍ਹਾਂ ਦੀ ਪੈੜ ਦੱਬ ਰਹੀ ਸੀ ਪੁਲਿਸ ਕਈ ਦਿਨਾਂ ਦੀ। ਉਹਨਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਕਿੱਥੇ ਹੋ ਸਕਦੇ ਆ, ਤੇ ਹੁਣ ਕਲਕੱਤੇ ਉਹਨਾਂ ਦਾ ਜਿਹੜਾ ਐਨਕਾਊਂਟਰ ਜਿਹੜਾ ਉਹ ਹੋ ਗਿਆ ਜੀ, ਤੇ ਦੋਨੇ ਜਾਣੇ ਜਿਹੜੇ ਆ ਉਹ ਮਾਰੇ ਗਏ ਆ ਉੱਥੋਂ ਦੀ ਲੋਕਲ ਪੁਲਿਸ ਦੀ ਮਦਦ ਨਾਲ। DGP ਦਿਨਕਰ ਗੁਪਤਾ ਨੇ ਜਿਹੜੀ ਹੈ ਜੀ ਇਹ ਸਾਰੀ ਜਾਣਕਾਰੀ ਦਿੱਤੀ ਆ। ਜਿਹੜੀ ਪਛਾਣ ਹੋਈ ਆ ਜੈਪਾਲ ਸਿੰਘ ਭੁੱਲਰ ਤੇ ਉਹਦਾ ਸਾਥੀ ਜਿਹੜਾ ਆ ਉਹ ਜਸਪ੍ਰੀਤ ਸਿੰਘ ਜੱਸੀ ਜਿਹੜਾ ਉਹ ਦੱਸਿਆ ਜਾ ਰਿਹਾ ਜੀ। ਤੇ ਕਲਕੱਤਾ ਪੁਲਿਸ ਦੀ ਜਿਹੜੀ ਆ ਉਹਨੂੰ ਗੁਪਤ ਸੂਚਨਾ ਮਿਲੀ ਦੱਸੀ ਜਾਂਦੀ ਆ
ਬਾਕੀ ਜਿਹੜੇ ਇਨਕਾਊਂਟਰ ਆ ਉਹਦੇ ਬਾਰੇ ਆਪਾਂ ਨੂੰ ਪਤਾ ਹੀ ਆ ਕਿ ਉਹ ਕਿਸ ਤਰ੍ਹਾਂ ਦੀ ਜਾਣਕਾਰੀ ਹੁੰਦੀ ਆ, ਕਿੱਥੋਂ ਫੜੇ ਹੁੰਦੇ, ਕਿੱਥੇ ਮਾਰੇ ਹੁੰਦੇ, ਤੇ ਹੋਰ ਕੋਈ ਖਬਰਾਂ ਆ ਸਕਦੀਆਂ ਨੇ। ਫਿਲਹਾਲ ਇਹ ਖਬਰ ਹੈ ਡੀਜੀਪੀ ਦੇ ਹਵਾਲੇ ਨਾਲ ਕਿ ਉਹ ਦੋਨੇ ਹੀ ਜਿਹੜੇ ਗੈਂਗਸਟਰ ਜਾਂ ਤਸਕਰ ਆ ਉਹ ਜਿਹੜੇ ਇਨਕਾਊਂਟਰ 'ਚ ਮਾਰੇ ਗਏ। ਜਿਹੜੇ ਇਨਕਾਊਂਟਰ ਆ ਨਾ ਜੀ, ਉਹ ਵਕਾਰ ਪੰਜਾਬ ਪੁਲਿਸ ਦਾ ਇਦਾਂ ਦਾ ਬਣਿਆ ਆ, ਔਰ ਕਾਫੀ ਹੱਦ ਤੱਕ ਠੀਕ ਵੀ ਆ। ਭਈ ਕੋਈ ਸਹੀ ਵੀ ਇਨਕਾਊਂਟਰ ਹੋਵੇ ਤਾਂ ਉਹਨਾਂ ਤੇ ਕੋਈ ਯਕੀਨ ਨਹੀਂ ਕਰਦਾ, ਕਿਉਂਕਿ ਇਨਕਾਊਂਟਰ ਜਿਹੜੇ ਹੁੰਦੇ ਰਹੇ ਆ ਉਹ ਆਮ ਤੌਰ ਤੇ ਫੇਕ ਇਨਕਾਊਂਟਰ ਹੁੰਦੇ ਰਹੇ ਆ, ਝੂਠੇ ਪੁਲਿਸ ਮੁਕਾਬਲੇ ਹੁੰਦੇ ਰਹੇ ਆ। ਤੇ ਇਹ ਪਤਾ ਨਹੀਂ ਇਹਦੇ ਵਿੱਚ ਕੀ ਆ, ਅਸੀਂ ਕਿਉਂਕਿ ਪੂਰੀ ਤਰ੍ਹਾਂ ਇਸ ਖਬਰ ਨੂੰ ਫਾਲੋ ਨਹੀਂ ਕਰ ਸਕੇ। ਕਿਵੇਂ ਇਨਕਾਊਂਟਰ ਹੋਇਆ, ਕਿਵੇਂ ਉੱਥੇ ਗਏ, ਕਿਵੇਂ ਫੜੇ, ਕਿਵੇਂ ਜਾਣਕਾਰੀ ਮਿਲੀ, ਇਹ ਪੁਲਿਸ ਦੀ ਵਰਸ਼ਨ ਆ। ਤੋਂ ਹਾਲ ਦੀ ਘੜੀ ਤਾਂ ਪੁਲਿਸ ਦੀ ਵਰਸ਼ਨ ਜਿਹੜੀ ਆ ਉਹ ਇੱਕ ਜਾਣਕਾਰੀ ਆਪਾਂ ਕਹਿ ਸਕਦੇ ਆ ਕਿ ਇਹ ਜਿਹੜੇ ਗੈਂਗਸਟਰ ਆ ਉਹ ਜਿੱਦਾਂ ਤੁਸੀਂ ਦੱਸਿਆ ਵੀ ਡਰੱਗ ਮਾਫੀਆ 'ਚ ਕਨਵਰਟ ਹੋਏ ਸੀਗੇ ਤੇ ਉਹ ਪੁਲਿਸ ਮੁਕਾਬਲੇ 'ਚ ਮਾਰੇ ਗਏ ਆ। ਸੋ ਇਹਦੀ ਜਿਹੜੀ ਤਫਸੀਲ ਹੈਗੀ ਆ, ਇਹ ਤਾਂ ਹੋਰ ਖਬਰਾਂ ਆਉਣ ਤੱਕ ਹੀ ਜਿਹੜੀ ਆ ਉਹ ਪਤਾ ਕੀਤੀ ਜਾ ਸਕਦੀ ਆ। ਤੇ ਹਾਲ ਦੀ ਘੜੀ ਤਾਂ ਇਹਨੂੰ ਜਾਣਕਾਰੀ ਕਹਿਣਾ ਚਾਹੀਦਾ ਬਈ ਇਹ ਮੁਕਾਬਲਾ ਕਿੱਦਾਂ ਹੋਇਆ, ਕਿੱਦਾਂ ਨਹੀਂ ਹੋਇਆ, ਉਹ ਸਾਡਾ ਅਜੇ ਕੰਸਰਨ ਨਹੀਂ ਹੈ। ਪਰੰਤੂ ਜਾਣਕਾਰੀ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਪੁਲਿਸ ਦੇ 2 ਬੰਦੇ ਮਾਰੇ ਸੀਗੇ ਉਹ ਵੀ ਪੁਲਿਸ ਮੁਕਾਬਲੇ 'ਚ ਮਾਰੇ ਗਏ ਆ। ਇੱਕ ਖਬਰ ਤੁਹਾਡਾ ਮੈਂ ਸਾਂਝੀ ਕਰਨਾ ਚਾਹੁੰਦਾ ਆ ਕਿ ਲੁਧਿਆਣਾ 'ਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਜਿਨ੍ਹਾਂ ਨੂੰ ਅਪ੍ਰੈਲ 'ਚ ਕਰੋਨਾ ਹੋ ਗਿਆ ਸੀ, ਉਹਨਾਂ ਦਾ ਹਰਜਿੰਦਰ ਸਿੰਘ ਹੈ ਜੀ ਉਹਨਾਂ ਦਾ ਨਾਂ। ਤੇ ਉਹਨਾਂ ਦੇ ਕਰੋਨਾ 'ਚੋਂ ਤੇ ਉਹ ਬਾਹਰ ਆ ਗਏ ਸੀ, ਪਰ ਕਰੋਨਾ ਦੇ ਕਰਕੇ ਇਨਫੈਕਸ਼ਨ ਦਾ ਕਰਕੇ ਲਾਗ ਕਰਕੇ ਉਹਨਾਂ ਦੇ ਫੇਫੜੇ ਜਿਹੜੇ ਆ ਪੂਰੀ ਤਰ੍ਹਾਂ ਖਤਮ ਹੋ ਗਏ ਸੀਗੇ। ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਫੇਫੜੇ ਰਿਪਲੇਸ ਹੋਣੇ ਸੀ, ਜਿਹੜੀ ਟੈਕਨੋਲੋਜੀ ਪੰਜਾਬ ਦੇ ਵਿੱਚ ਜਾਂ ਦਿੱਲੀ 'ਚ ਨਹੀਂ ਆ। ਸ਼ਾਇਦ ਉਹਨਾਂ ਨੂੰ ਹੈਦਰਾਬਾਦ ਜਾਂ ਕਿਤੇ ਬਾਹਰ ਖੜਨ ਦੀ ਜ਼ਰੂਰਤ ਸੀਗੀ, ਜਿਵੇਂ ਇਹੋ ਜਿਹੇ ਕੇਸਾਂ 'ਚ ਸਿੰਗਾਪੁਰ ਵਗੈਰਾ ਤੋਂ ਮਦਦ ਲਈ ਜਾਂਦੀ ਆ ਏਅਰਲਿਫਟ ਕਰਕੇ ਲਿਜਾਣ ਦੀ, ਔਰ ਉੱਤੇ ਕਾਫੀ ਸਾਰਾ ਪੈਸਾ ਖਰਚ ਆਉਣਾ ਸੀ, ਜਿਹਦੀ ਸਮਰੱਥਾ ਇੱਕ ਮੁਲਾਜ਼ਮ ਜਿਹੜਾ ਆ ਭਾਵੇਂ ਉਹ ਕਲਾਸ 1 ਵੀ ਮੁਲਾਜ਼ਮ ਕਿਉਂ ਨਾ ਹੋਵੇ ਉਹਦੇ ਕੋਲ ਫੌਰੀ ਤੌਰ ਤੇ ਨਹੀਂ ਹੁੰਦੀ। ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ, ਉਹਨਾਂ ਦੇ ਪਰਿਵਾਰ ਨੇ ਕੋਸ਼ਿਸ਼ ਕੀਤੀ, ਔਰ ਉਹਨਾਂ ਨੇ ਖੁਦ ਨੇ ਵੀ ਕਹਿੰਦੇ ਕਿ ਇੱਕ ਬਿਸਤਰ ਤੋਂ ਵੀਡੀਓ ਬਣਾ ਕੇ ਸ਼ੇਅਰ ਕੀਤੀ ਸੀ ਕਿ ਬਾਅਦ 'ਚ ਮੇਰੇ ਪਰਿਵਾਰ ਨੂੰ ਨੌਕਰੀ ਦੇਣ ਨਾਲੋਂ ਬਿਹਤਰ ਆ ਕਿ ਮੈਨੂੰ ਬਚਾ ਲਿਆ ਜਾਵੇ ਤੇ ਮੈਂ ਆਪਣੇ ਪਰਿਵਾਰ ਨੂੰ ਸੰਭਾਲ ਸਕਾਂ। ਉਹਨਾਂ ਦੀ ਮਦਰ ਵੀ ਕੋਈ ਲੈਟਰ ਲੈ ਕੇ, ਬੇਨਤੀ ਪੱਤਰ ਲਿਖ ਕੇ ਹਫ਼ਤਾ ਪਹਿਲਾਂ ਮਿਲੇ ਸੀਗੇ ਮੁੱਖ ਮੰਤਰੀ ਪੰਜਾਬ ਨੂੰ, ਮਿਲਣ ਗਏ ਸੀਗੇ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਆਪਾਂ ਨੂੰ ਪਤਾ ਕਿ ਉਹ ਸਰਕਾਰੀ ਰਿਹਾਇਸ਼ ਤੇ ਰਹਿੰਦੇ ਨਹੀਂਗੇ, ਉਹ ਕਿਤੇ ਸੀਸਵਾ ਫਾਰਮ 'ਚ ਰਹਿੰਦੇ ਨੇ। ਤੇ ਉੱਥੇ ਦੇ ਕਿਸੇ ਅਫਸਰ ਨੇ ਉਹ ਪੱਤਰ ਜ਼ਰੂਰ ਪ੍ਰਾਪਤ ਕਰ ਲਿਆ। ਬਾਅਦ 'ਚ ਡੀਜੀਪੀ ਜਿਹੜੇ ਨੇ ਉਹਨਾਂ ਦਾ ਟਵੀਟ ਹੋ ਗਿਆ ਸੀ ਉਸੇ ਦਿਨ ਕਿ ਅਸੀਂ ਉਸ ਅਫਸਰ ਨੂੰ ਬਚਾਉਣ ਲਈ ਵਾਹ ਲਾਵਾਂਗੇ ਤੇ ਕੁਝ ਨਾ ਕੁਝ ਕਰ ਰਹੇ ਹਾਂ। ਇਹ ਵੀ ਖਬਰ 'ਚ ਅੱਜ ਆ ਰਿਹਾ ਹੈ ਕਿ ਖੁਦ ਮੁੱਖ ਮੰਤਰੀ ਉਹਨਾਂ ਨੇ ਵੀ ਟਵੀਟ ਕੀਤਾ ਸੀ ਕਿ ਅਸੀਂ ਉਹਦੀ ਹੈਲਪ ਲਈ ਅੱਗੇ ਆ ਰਹੇ ਹਾਂ, ਏਅਰਲਿਫਟ ਕਰਕੇ ਲੈ ਜਾਾਂਗੇ। ਪਰ ਇਹ ਸਾਰਾ ਕੁਝ ਕਰਦਿਆਂ ਝਮੇਲੇ 'ਚ ਦੇਰੀ ਇੰਨੀ ਹੋ ਗਈ ਕਿ ਉਹਨਾਂ ਨੂੰ ਫੌਰੀ ਰਾਹਤ ਨਹੀਂ ਮਿਲ ਸਕੀ ਤੇ ਆਖਰਕਾਰ ਉਹ ਅੱਜ ਲੁਧਿਆਣੇ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਦਮ ਤੋੜ ਗਏ। ਇਹ ਬੜੀ ਮਤਲਬ ਇੱਕ ਕਿਸਮ ਦੀ ਦੁਖਦਾਈ ਖਬਰ ਇਸ ਕਰਕੇ ਆ ਕਿ ਜਿਹੜੀ ਇਹ ਮਹਾਮਾਰੀ ਦੇ ਦੌਰਾਨ ਫਰੰਟ ਲਾਈਨ ਤੇ ਜਿਹੜੇ ਯੋਧੇ ਲੜ ਰਹੇ ਆ, ਉਹਨਾਂ ਵਿੱਚ ਇੱਕ ਪਾਸੇ ਹੈਲਥ ਵਰਕਰ ਨੇ, ਹੁਣ ਤੱਕ 1000 ਤੋਂ ਉੱਤੇ ਡਾਕਟਰ ਵੀ ਬਲੀ ਚੜ ਚੁੱਕੇ ਆ ਹਿੰਦੁਸਤਾਨ ਭਰ ਦੇ ਵਿੱਚ, ਤੇ ਉਸ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਲੋਕਾਂ ਦੇ ਕੰਟੈਕਟ 'ਚ ਰਹਿਣਾ ਪੈਂਦਾ ਡਿਊਟੀ ਦੌਰਾਨ ਤੇ ਉਹ ਪੁਲਿਸ ਫੋਰਸ ਹੁੰਦੀਆਂ ਨੇ। ਸੋ ਪੁਲਿਸ ਦੇ ਇੱਕ ਅਫਸਰ ਨੂੰ ਬਚਾਇਆ ਨਹੀਂ ਜਾ ਸਕਿਆ। ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਇਹ ਅਣਗਹਿਲੀ ਆ। ਇਹਦੇ ਤੇ ਵੀ ਕਿੰਤੂ ਹੋ ਰਿਹਾ ਕਿ ਜੇਕਰ ਕੋਈ ਮੰਤਰੀ ਜਾਂ ਕੋਈ ਐਮਐਲਏ ਜਾਂ ਕੋਈ ਸਰਕਾਰੀ ਜਿਹੜਾ ਵਿਅਕਤੀ ਹੁੰਦਾ ਖੁਦ ਮਤਲਬ ਪੋਲੀਟੀਕਲ ਬੰਦਾ, ਤਾਂ ਉਹਨੂੰ ਇਸ ਤਰ੍ਹਾਂ ਡੀਲ ਕਰਦੇ। ਉਹ ਤੇ ਜਾਂਦੇ ਜਾਂਦੇ ਜਦੋਂ ਉਹਨਾਂ ਦਾ ਰਾਜ ਭਾਗ ਜਾਣ ਵਾਲਾ ਹੁੰਦਾ ਤੇ ਇਲਾਜ ਕਰਾਉਣ ਲਈ ਅਮਰੀਕਾ ਚਲ ਜਾਂਦੇ ਆ। ਬਹੁਤ ਸਾਰੀਆਂ ਮਿਸਾਲਾਂ ਨੇ ਕਿ ਸਰਕਾਰੀ ਖਰਚੇ 'ਚੋਂ ਇਲਾਜ ਕਰਾ ਲਈਏ, ਅਗਲੇ 5 ਸਾਲ ਦੂਜਿਆਂ ਨੇ ਆ ਜਾਣਾ, ਫਿਰ ਪਤਾ ਨਹੀਂ ਮੌਕਾ ਮਿਲਣਾ ਕਿ ਨਹੀਂ ਮਿਲਣਾ। ਪਰ ਭਾਈਬੰਦੀਆਂ ਉੱਥੇ ਵੀ ਚੱਲਦੀਆਂ ਨੇ ਕਿ ਰਾਜਸੀ ਜਿਹੜੇ ਲੋਕ ਨੇ ਉਹਨਾਂ ਨੂੰ ਵੀਆਈਪੀ ਫੈਸਿਲਿਟੀ ਮਿਲਦੀ ਆ ਤੇ ਜਿਹੜੇ ਮੁਲਾਜ਼ਮ ਵਰਗ ਆ ਜਾਂ ਆਮ ਸਧਾਰਨ ਵਰਗ ਆ, ਹਾਲਾਂ ਉਹ ਡੀਐਸਪੀ ਸੀਗੇ, ਪੁਲਿਸ ਦੇ ਅਫਸਰ ਸੀਗੇ, ਤੇ ਜੇ ਕੋਈ ਹੋਰ ਸਧਾਰਨ ਤੀਜੇ ਚੌਥੇ ਦਰਜੇ ਦਾ ਕਰਮਚਾਰੀ ਹੋਵੇ ਤੇ ਉਹਦੇ ਲਈ ਸਰਕਾਰ ਫਿਰ ਇਹਦੋਂ ਵੀ ਕੋਈ ਸ਼ਾਇਦ ਮਾੜਾ ਰਵੱਈਆ ਅਖਤਿਆਰ ਕਰੇ ਜੀ। ਬਿਲਕੁਲ ਬੜੀ ਮਾੜੀ ਗੱਲ ਆ ਜੀ, ਬੜੀ ਨਿੰਦਣਯੋਗ ਗੱਲ ਆ, ਕਿਉਂਕਿ ਪੁਲਿਸ ਦਾ ਜਿਹੜਾ ਰੋਲ ਹੈਗਾ ਉਹ ਲਾਅ ਐਂਡ ਆਰਡਰ
ਨੂੰ ਕਾਇਮ ਰੱਖਣ ਦੇ ਨਾਲ ਹੁਣ ਜਦੋਂ ਕੋਈ ਵਿਪਤਾ ਪੈਂਦੀ ਆ ਉਹਦੇ ਵਿੱਚ ਵੀ ਉਹ ਫਰੰਟ ਲਾਈਨ ਤੇ ਰਹਿੰਦੇ ਆ। ਜਿੱਦਾਂ ਹੁਣ ਕਰੋਨਾ ਦੇ ਵਿੱਚ ਜਿਹੜਾ ਹੈਲਥ ਸਟਾਫ ਆ, ਡਾਕਟਰ, ਨਰਸਸ, ਪੈਰਾਮੈਡੀਕਲ, ਇਹਨਾਂ ਤੋਂ ਬਾਅਦ ਫਰੰਟ ਲਾਈਨ ਦੇ ਉੱਤੇ ਜਿਹੜੇ ਕੰਮ ਕਰ ਰਹੇ ਆ, ਜਿਨ੍ਹਾਂ ਨੂੰ ਆਪ ਹੀ ਸਰਕਾਰ ਕਹਿੰਦੀ ਆ ਵੀ ਇਹ ਕਰੋਨਾ ਦੇ ਖਿਲਾਫ ਲੜਨ ਵਾਲੇ ਯੋਧੇ ਆ, ਉਹਦੇ ਵਿੱਚ ਪੁਲਿਸ ਜਿਹੜੀ ਆ ਉਹਦਾ ਪਹਿਲਾ ਨੰਬਰ ਅੱਗੇ ਆਉਂਦਾ ਹੈਗਾ। ਸੋ 80 ਲੱਖ ਰੁਪਈਆ ਜਿਹੜਾ ਹੈਗਾ ਇਹਦੇ ਕਰੀਬ ਖਰਚਾ ਆਉਣਾ ਸੀਗਾ। ਇੱਕ ਇੰਡੀਵਿਜੂਅਲ ਲਈ ਗਿੱਲ ਸਾਹਿਬ ਇਹ ਬਹੁਤ ਵੱਡਾ ਖਰਚਾ ਆ, ਔਰ ਕੋਈ ਵੀ ਇੰਡੀਵਿਜੂਅਲ ਇਹਨੂੰ ਅਫੋਰਡ ਇੱਕਦਮ ਨਹੀਂ ਕਰ ਸਕਦਾ। ਤੇ ਸਰਕਾਰ ਲਈ ਇਹ ਕੋਈ ਵੱਡੀ ਰਕਮ ਨਹੀਂ ਹੈ। ਸਰਕਾਰ ਲਈ ਇੱਕ ਆਫੀਸਰ ਦੀ ਜਾਨ ਬਚਾਉਣੀ ਜਿਹੜੀ ਆ ਉਹਦੇ ਲਈ 80-90 ਲੱਖ ਰੁਪਈਆ ਕੁਝ ਵੀ ਨਹੀਂ ਹੈ। ਔਰ ਜਿਸ ਤਰੀਕੇ ਨਾਲ ਇਹਦਾ ਮਤਲਬ ਇਹ ਸੁਣਨ 'ਚ ਗੱਲਾਂ ਆਈਆਂ ਬਈ ਉਹਨੇ ਵੀਡੀਓ ਬਣਾ ਕੇ ਵੀ ਆਪਣੇ ਬੈੱਡ ਤੋਂ ਭੇਜੀ ਆ, ਫਿਰ ਉਹਦੀ ਮਾਤਾ ਜਿਹੜੀ ਆ ਉਹ ਮੁੱਖ ਮੰਤਰੀ ਤੱਕ ਵੀ ਪਹੁੰਚ ਕੀਤੀ ਆ, ਤੇ ਇਹਦੇ ਬਾਵਜੂਦ ਵੀ ਉਹਨੂੰ ਬਚਾਇਆ ਨਹੀਂ ਜਾ ਸਕਿਆ। ਤੇ ਇਹਦੇ ਨਾਲ ਜਿੱਥੇ ਸਰਕਾਰ ਦੀ ਅਣਗਹਿਲੀ ਸਾਹਮਣੇ ਆਉਂਦੀ ਆ, ਉੱਥੇ ਨਾਲ ਦੀ ਨਾਲ ਗੈਰ ਜ਼ਿੰਮੇਵਾਰੀ ਵੀ ਸਾਹਮਣੇ ਆਉਂਦੀ ਆ ਕਿ ਜੇ ਉਹ ਆਪਣੇ ਪੁਲਿਸ ਅਫਸਰਾਂ ਨੂੰ ਬਚਾਉਣ ਦੇ ਵਿੱਚ ਨਾਕਾਮਯਾਬ ਰਹਿੰਦੀ ਆ ਤਾਂ ਹੋਰ ਜ਼ਿੰਮੇਵਾਰੀਆਂ ਉਹਨੇ ਕੀ ਨਿਭਾਉਣੀਆਂ ਹੈਗੀਆਂ। ਸੋ ਇਹ ਬੜੀ ਅਤ ਨਿੰਦਣਯੋਗ ਗੱਲ ਆ ਜੀ ਕਿ ਇੱਕ ਪੁਲਿਸ ਅਫਸਰ ਜਿਹੜਾ ਹੈਗਾ ਉਹ ਤਰਲੇ ਲੈਂਦਾ ਚਲਾ ਗਿਆ, ਔਰ ਇਹ ਵੀ ਉਹਨੇ ਕਿਹਾ ਵੀ ਮੇਰੇ ਜਾਣ ਤੋਂ ਬਾਅਦ ਮੇਰੇ ਪਰਿਵਾਰ ਨੂੰ ਕੋਈ ਸਹਾਇਤਾ ਦੇਣੀ ਜਾਂ ਮੇਰੇ ਬੱਚੇ ਨੂੰ ਕੋਈ ਨੌਕਰੀ ਦੇਣੀ, ਇਹਦੇ ਨਾਲੋਂ ਬਿਹਤਰ ਇਹ ਆ ਵੀ ਤੁਸੀਂ ਮੇਰਾ ਇਲਾਜ ਕਰਾਓ ਤੇ ਮੇਰੇ ਜਿਹੜੇ ਫੇਫੜੇ ਹੈਗੇ ਆ ਉਹ ਰਿਪਲੇਸ ਕਰਾਓ, ਤੇ ਮੈਂ ਜੀਂਦਾ ਜਾਗਦਾ ਜੇ ਰਹਿਣਾ ਆ ਤਾਂ ਮੈਂ ਆਪ ਹੀ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕਦਾ ਹਾਂ। ਸੋ ਇਹ ਬਹੁਤ ਘਿਨਾਉਣੀ ਔਰ ਨਿੰਦਣਯੋਗ ਗੱਲ ਆ ਗਿੱਲ ਸਾਹਿਬ। ਸਰਕਾਰ ਦੇ ਪੱਧਰ ਦੇ ਉੱਤੇ ਬਹੁਤ ਵੱਡੀ ਗੈਰ ਜ਼ਿੰਮੇਵਾਰੀ ਹੈ। ਬਿਲਕੁਲ। ਇੱਕ ਖਬਰ ਆਪਾਂ ਕਿਸਾਨ ਜਿਹੜੀ ਮੂਵਮੈਂਟ ਚੱਲ ਰਹੀ ਆ ਉਹਦੇ ਤੇ ਵੀ ਸਾਂਝੀ ਕਰਨੀ ਆ, ਫਿਰ ਬਾਕੀ ਹੋਰ ਗੱਲਾਂ ਵੀ ਕਰਦੇ ਆ। ਉਹਦੇ ਉੱਤੇ ਖਬਰ ਇਹ ਆ ਰਹੀ ਆ ਕਿ ਜਿਹੜਾ ਸਿੰਘੂ ਬਾਰਡਰ, ਟਿਕਰੀ ਬਾਰਡਰ ਤੇ ਪਿਛਲੇ ਦਿਨਾਂ ਤੋਂ ਜਿਹੜਾ ਹਿੰਦੀ ਮੀਡੀਆ, ਮੈਂ ਕਦੀ ਉਹਨੂੰ ਨੈਸ਼ਨਲ ਮੀਡੀਆ ਨਹੀਂ ਕਹਿੰਦਾ ਕਿਉਂਕਿ ਨੈਸ਼ਨਲ ਮੀਡੀਆ ਵਾਲਾ ਕਿਰਦਾਰ ਉਹ ਨਿਭਾ ਨਹੀਂ ਰਹੇ, ਹਿੰਦੀ ਦੇ ਚੈਨਲ ਜਿਹੜੇ ਆ ਜਿਹੜੇ ਆਪਣੇ ਆਪ ਨੂੰ ਖੁਦ ਹੀ ਨੈਸ਼ਨਲ ਮੀਡੀਆ ਦੱਸੀ ਜਾਂਦੇ ਆ, ਉਹਨਾਂ ਵੱਲੋਂ ਖਬਰਾਂ ਦਿੱਤੀਆਂ ਜਾ ਰਹੀਆਂ ਸੀ ਕਿ ਕਿਸਾਨ ਮੋਰਚਾ ਖਾਲੀ ਹੋ ਗਿਆ ਤੇ ਉੱਥੇ ਕੋਈ ਹੈ ਹੀ ਨਹੀਂ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਅੱਤ ਦੀ ਗਰਮੀ 'ਚ ਕਿਸਾਨਾਂ ਨੇ ਆਪਣੀਆਂ ਫਸਲਾਂ ਦੀ ਸਾਂਭ ਸੰਭਾਲ ਕਰਨੀ ਸੀ। ਹਾਲਾਂਕਿ ਝੋਨੇ ਦੀ ਲਵਾਈ ਜਿਹੜੀ ਆ ਹੁਣ ਸ਼ੁਰੂ ਹੋਣ ਜਾ ਰਹੀ ਆ, ਪਰ ਉੱਥੇ ਰੌਣਕਾਂ ਕਾਫੀ ਪਰਤਾਈਆਂ ਨੇ, ਕਾਫੀ ਜ਼ਿਆਦਾ ਪ੍ਰੈਸ਼ਰ ਸਰਕਾਰ ਤੇ ਬਣਨ ਲੱਗਿਆ ਆ। ਪਿਛਲੇ ਕੁਝ ਦਿਨਾਂ ਤੋਂ ਸੰਕੇਤ ਆ ਰਹੇ ਸੀ, ਹਾਲੇ ਕਿਸਾਨ ਲੀਡਰਾਂ ਨੇ ਵੀ ਚਿੱਠੀ ਲਿਖ ਕੇ ਮੰਗ ਕੀਤੀ ਆ ਕਿ ਗੱਲਬਾਤ ਦੁਬਾਰਾ ਸ਼ੁਰੂ ਕੀਤੀ ਜਾਵੇ। ਤੇ ਰਮੇਸ਼ ਚੰਦ ਨਾਂ ਦੇ ਖੇਤੀਬਾੜੀ ਦੇ ਮੈਂਬਰ ਜਿਹੜੇ ਨੇ ਆਪਣੇ ਨੀਤੀ ਆਯੋਗ ਵਿੱਚ, ਉਹਨਾਂ ਦੇ ਬਿਆਨ ਲਗਾਤਾਰ ਆ ਰਹੇ ਸੀਗੇ ਕਿ ਕਿਸਾਨ ਜਿਹੜੇ ਆ ਉਹ ਆਪਣੀਆਂ ਮੰਗਾਂ ਨੂੰ ਦੁਬਾਰਾ ਮਤਲਬ ਤਰਕ ਆਧਾਰ ਲੈ ਕੇ ਆਉਣ ਤੇ ਸਰਕਾਰ ਗੱਲਬਾਤ ਕਰੇਗੀ। ਤੇ ਹੁਣ ਖੇਤੀ ਮੰਤਰੀ ਦਾ ਵੀ ਬਿਆਨ ਆ ਗਿਆ, ਉਹਨਾਂ ਨੇ ਕਿਹਾ ਆ ਕਿ ਕਿਸਾਨ ਲੀਡਰਸ਼ਿਪ ਨਾਲ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ, ਪਰ ਇਹਨਾਂ ਉਹਨਾਂ ਜ਼ਰੂਰ ਕਿਹਾ ਆ ਕਿ ਜਿਹੜੀ ਗੱਲਬਾਤ ਆ ਉਹਦੇ ਲਈ ਆਪਣੇ ਜਿਹੜੇ ਉਹਨਾਂ ਨੂੰ ਡਾਊਟ ਨੇ ਉਹਨਾਂ ਨੂੰ ਪੂਰੇ ਠੋਸ ਦਲੀਲਾਂ ਤਹਿਤ ਜਿਹੜੇ ਆ ਉਹ ਲੈ ਕੇ ਆਉਣ ਜੀ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਚੰਗੀ ਗੱਲ ਆ ਵੀ ਜੇ ਜਿਹੜਾ ਖੇਤੀ ਮੰਤਰੀ ਆ ਉਹਨੇ, ਭਾਰਤ ਸਰਕਾਰ ਦੇ ਖੇਤੀ ਮੰਤਰੀ ਨੇ ਇਹ ਪੇਸ਼ਕਸ਼ ਕੀਤੀ ਆ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ। ਬਾਕੀ ਜਿਹੜੀ ਤਰਕ ਆਧਾਰਿਤ ਦਲੀਲਾਂ ਦੀ ਗੱਲ ਹੈਗੀ ਆ ਜਾਂ ਠੋਸ ਦਲੀਲਾਂ ਦੀ ਗੱਲ ਆ, ਉਹ ਤਾਂ ਗਿੱਲ ਸਾਹਿਬ ਤੁਸੀਂ ਜਾਣਦੇ ਹੋ ਵੀ ਪਹਿਲੀਆਂ ਜਿਹੜੀਆਂ 11 ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਜਿਹੜੇ ਤਰਕ ਕਿਸਾਨ ਆਗੂ ਦਿੰਦੇ ਰਹੇ ਆ ਉਹਨਾਂ ਦੇ ਵਿੱਚ ਕਿਤੇ ਕੋਈ ਕਮੀ ਨਹੀਂ ਸੀਗੀ। ਔਰ ਇਹ ਵੀ ਪਤਾ ਲੱਗਦਾ ਕਿ ਵੀ ਜਦੋਂ ਗੱਲਬਾਤ ਹੁੰਦੀ ਸੀਗੀ ਕਿਸਾਨ ਲੀਡਰਸ਼ਿਪ ਦੀ ਔਰ ਭਾਰਤ ਸਰਕਾਰ ਦੀ, ਤਾਂ ਉਹਦੇ ਵਿੱਚ ਉਸ ਗੱਲਬਾਤ ਦੇ ਵਿੱਚ ਵੀ ਜਿਹੜੇ ਕੁਝ ਸਰਕਾਰੀ ਧਿਰ ਦੇ ਨੁਮਾਇੰਦੇ ਸੀਗੇ ਉਹ ਇਹ ਕਹਿੰਦੇ ਦੱਸੇ ਗਏ ਆ ਬਈ ਕਿ ਤੁਸੀਂ ਜਿਹੜੇ ਇਹ ਬਿੱਲ ਆ ਉਹਨਾਂ ਦੀ ਵਾਪਸੀ ਦੀ ਮੰਗ ਨਾ ਕਰੋ, ਕੋਈ ਹੋਰ ਰਾਹ ਕੱਢੋ ਕਿ ਸੱਪ ਵੀ ਮਰ ਜੇ ਤੇ ਸੋਟਾ ਵੀ ਵੱਜ ਜਾਵੇ। ਜਿਹਦਾ ਮਤਲਬ ਇਹ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਦਲੀਲਾਂ ਸੀਗੀਆਂ ਉਹ ਤਰਕ ਆਧਾਰਿਤ ਸੀਗੀਆਂ, ਤੱਥਾਂ ਤੇ ਆਧਾਰਿਤ ਸੀਗੀਆਂ, ਬੜੀਆਂ ਠੋਸ ਸੀਗੀਆਂ। ਤੇ ਇਸ ਕਰਕੇ ਹੁਣ ਵੀ ਕਿਸਾਨਾਂ ਕੋਲ ਉਹ ਦਲੀਲਾਂ ਹੈਗੀਆਂ ਆ, ਉਹੀ ਕਿਸਾਨ ਲੀਡਰਸ਼ਿਪ ਆ
ਜਿਹੜੀ ਉਦੋਂ ਗੱਲ ਕਰਦੀ ਸੀਗੀ ਤੇ ਉਹਨੇ ਹੁਣ ਵੀ ਗੱਲ ਕਰਨ ਜਾਣਾ ਆ। ਸੋ ਇਸ ਕਰਕੇ ਇਹ ਇੱਕ ਚੰਗੀ ਗੱਲ ਆ ਵੀ ਗੱਲਬਾਤ ਸ਼ੁਰੂ ਹੋਏਗੀ, ਉਹਦੇ ਚੋਂ ਪਤਾ ਲੱਗੇਗਾ ਵੀ ਹੁਣ ਨਵੀਂ ਗੱਲ ਸਰਕਾਰ ਕੀ ਕਹਿੰਦੀ ਆ ਤੇ ਉਹਦਾ ਜਵਾਬ ਕਿਸਾਨ ਲੀਡਰਸ਼ਿਪ ਜਿਹੜੀ ਆ ਉਹ ਕਿੰਨੀ ਸਿਆਣਪ ਨਾਲ ਦਿੰਦੀ ਆ ਤੇ ਉਹਦਾ ਕੀ ਨਤੀਜਾ ਨਿਕਲਦਾ ਆ। ਪਰ ਘੱਟੋ ਘੱਟ ਇਸ ਗੱਲ ਨੂੰ ਮੈਂ ਸਮਝਦਾ ਵੀ ਇੱਕ ਚੰਗਾ ਜਿਹੜਾ ਕਦਮ ਆ ਉਹ ਸਰਕਾਰ ਵੱਲੋਂ ਲਿਆ ਗਿਆ, ਖਾਸ ਕਰਕੇ ਜਿਹੜਾ ਖੇਤੀ ਮੰਤਰੀ ਵੱਲੋਂ ਇਹ ਜਿਹੜਾ ਖੁੱਲ੍ਹਾ ਸੱਦਾ ਦੇਣਾ ਆ, ਇਹ ਇੱਕ ਚੰਗਾ ਕਦਮ ਆ। ਔਰ ਇਸ ਕਦਮ ਚੋਂ ਕੀ ਨਿਕਲੇਗਾ ਇਹ ਗਾਂ ਦੀ ਗੱਲ ਹੈਗੀ ਆ ਜੀ। ਔਰ ਕਿਸਾਨ ਜਥੇਬੰਦੀਆਂ ਦੀ ਇੱਕ ਹੋਰ ਗੱਲ ਲੱਗਦੇ ਹੱਥ ਕਰ ਲਈਏ ਕਿ ਇੱਕ ਰਵਾਇਤ ਬਣ ਗਈ ਹੈ ਇੱਕ ਸਾਲ ਭਰ ਤੋਂ, ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਆ, ਕਿ ਉੱਥੇ ਹਰ ਤਰ੍ਹਾਂ ਦੇ ਜਿਹੜੇ ਸਾਂਝੇ ਤਿਉਹਾਰ ਆ ਉਹ ਮਨਾਏ ਜਾਂਦੇ ਰਹੇ ਨੇ, ਭਾਵੇਂ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹੋਣ ਜਾਂ ਸਰ ਛੋਟੂ ਰਾਮ ਦਾ ਜਨਮ ਦਿਨ ਹੋਵੇ, ਅੰਬੇਦਕਰ ਜਯੰਤੀ ਹੋਵੇ। ਇਸ ਤਰ੍ਹਾਂ ਦਾ ਕੋਈ ਵੀ ਤਿਉਹਾਰ ਐਸਾ ਨਹੀਂ ਆ। ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਆ ਉਹ ਵੀ ਉੱਥੇ ਮਨਾਇਆ ਗਿਆ ਹੈ ਸ਼ਹੀਦੀ ਦਿਨ। ਔਰ ਅੱਜ ਪੰਜਾਬ ਦੇ ਪਹਿਲੇ ਵੱਡੇ ਸਿੱਖ ਜਰਨੈਲ ਜਾਂ ਪਹਿਲੇ ਬਾਦਸ਼ਾਹ ਬਾਬਾ ਬੰਦਾ ਬਹਾਦਰ ਦਾ ਜਿਹੜਾ ਸ਼ਹੀਦੀ ਦਿਹਾੜਾ ਸੀਗਾ ਤੇ ਉਹਨੂੰ ਵੀ ਸੈਲੀਬ੍ਰੇਟ ਕੀਤਾ ਕਿਸਾਨ ਜਥੇਬੰਦੀਆਂ ਨੇ ਉੱਥੇ। ਤੇ ਨਾਲ ਦੀ ਨਾਲ ਇਸ ਗੱਲ ਦੀ ਜਿਹੜੀ ਮਾਨਤਾ ਉਹਨਾਂ ਨੂੰ ਮਿਲਦੀ ਆ ਕਿ ਉਹਨਾਂ ਨੇ ਹਾਲਵਾਕ ਨੂੰ ਜਿਹੜਾ ਸੀਗਾ ਉਹ ਜ਼ਿਮੀਦਾਰ ਮਤਲਬ ਮਾਲਕ ਬਣਾਇਆ ਸੀ ਜ਼ਮੀਨਾਂ ਦੇ। ਤੇ ਜਿਹੜੇ ਜ਼ਮੀਨੀ ਸੁਧਾਰ ਪੰਜਾਬ ਦੇ ਉਸ ਖਿੱਤੇ ਵਿੱਚ ਜਿੱਥੇ ਇੱਕ ਸਮੇਂ 8 ਸਾਲ ਲਈ ਬੰਦਾ ਸਿੰਘ ਬਹਾਦਰ ਹੋਰਾਂ ਨੇ ਸਟੇਟ ਕਾਇਮ ਕਰ ਲਈ ਸੀ, ਉਹ ਹੋਏ ਸੀਗੇ। ਉਹ ਬਹੁਤ ਬਾਅਦ ਵਿੱਚ ਜਿਹੜੇ ਆਪਣੇ ਆਪ ਨੂੰ ਬਹੁਤ ਐਡਵਾਂਸ ਲੋਕ ਕਹਿੰਦੇ ਆ ਉਹਨਾਂ ਨੇ ਕੀਤੇ। ਤੇ ਪਾਕਿਸਤਾਨ ਵਾਲੇ ਖਿੱਤੇ ਤੇ ਅਜੇ ਤੱਕ ਵੀ ਜ਼ਗੀਰਦਾਰੀ ਪ੍ਰਥਾ ਚੱਲ ਰਹੀ ਆ। ਭਾਰਤ ਵਿੱਚ ਵੀ ਲੁਕਵੇਂ ਢੰਗ ਨਾਲ ਚੱਲਦੀ ਤੇ ਹੈ, ਪਰ ਜਿਸ ਤਰੀਕੇ ਨਾਲ ਜ਼ਮੀਨੀ ਸੁਧਾਰ ਪੰਜਾਬ 'ਚ ਹੋਏ ਜਿਹਦੇ ਕਰਕੇ ਸਾਰੇ ਹੀ ਆਮ ਮੁਜ਼ਾਹਰੇ ਜਿਹੜੇ ਆ ਉਹ ਖੇਤੀ ਦੇ ਮਾਲਕ ਬਣੇ, ਜ਼ਮੀਨਾਂ ਦੇ ਮਾਲਕ ਬਣੇ ਤੇ ਸਰਦਾਰ ਕਹਾਉਣ ਦੇ ਹੱਕਦਾਰ ਹੋਏ, ਉਸ ਮਹਾਨ ਵਿਅਕਤੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਉੱਥੇ ਸੈਲੀਬ੍ਰੇਟ ਕੀਤਾ ਗਿਆ ਜੀ ਪੂਰੇ ਜੋਸ਼ੋ ਖਰੋਸ਼ ਨਾਲ। ਗਿੱਲ ਸਾਹਿਬ, ਵਾਕਿਆ ਹੀ ਇਹ ਜਿਹੜਾ ਕਿਸਾਨ ਮੋਰਚਾ ਹੈ ਨਾ, ਇਹਨੇ ਬੜੀਆਂ ਵਧੀਆ ਰਵਾਇਤਾਂ ਪਾਈਆਂ, ਬੜੀਆਂ ਵਧੀਆ ਇਹਦੀਆਂ ਪ੍ਰਾਪਤੀਆਂ ਆ, ਜਿਨ੍ਹਾਂ ਦੇ ਵਿੱਚ ਇੱਕ ਇਹ ਵੀ ਪ੍ਰਾਪਤੀ ਆ ਕਿ ਜਿਹੜੇ ਦੇਸ਼ ਦੇ ਹੀਰੋ ਆ, ਜਿਹੜੇ ਦੇਸ਼ ਦੇ ਨਾਇਕ ਆ, ਉਹ ਭਾਵੇਂ ਕਿਸੇ ਵੀ ਇਲਾਕੇ ਨਾਲ ਕਿਸੇ ਵੀ ਧਰਮ ਨਾਲ ਸੰਬੰਧਿਤ ਸੀਗੇ, ਉਹ ਭਾਵੇਂ ਡਾਕਟਰ ਅੰਬੇਦਕਰ ਸੀਗੇ, ਉਹ ਭਾਵੇਂ ਸਰ ਛੋਟੂ ਰਾਮ ਸੀਗੇ, ਭਾਵੇਂ ਗੁਰੂ ਗੋਬਿੰਦ ਸਿੰਘ ਸੀਗੇ, ਉਹਨਾਂ ਦੇ ਸਾਹਿਬਜ਼ਾਦੇ ਸੀਗੇ, ਜਾਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 400 ਸਾਲਾ ਪ੍ਰਕਾਸ਼ ਉਤਸਵ ਆ ਪਿਛਲੇ ਦਿਨੀ ਜਿਹੜਾ ਲੰਘ ਕੇ ਗਿਆ, ਉਹ ਵੀ ਉਹਨਾਂ ਨੇ ਸਾਂਝੇ ਤੌਰ ਤੇ ਮਨਾਇਆ। ਔਰ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਕੇਵਲ ਲੋਕੀ ਸਿਰਫ ਇਸ ਕਰਕੇ ਜਾਣਦੇ ਆ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਪ੍ਰੇਰਨਾ ਨਾਲ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਇਹ ਵੀ ਇਤਿਹਾਸਕ ਤੱਥ ਆ। ਪਰ ਉਹਨਾਂ ਦੀ ਜਿਹੜੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਆ, ਬਹੁਤ ਵੱਡੀ ਉਹਨਾਂ ਦੀ ਦੇਣ ਆ, ਇਹਦੇ ਬਾਰੇ ਬਹੁਤੇ ਲੋਕ ਈਵਨ ਕਿ ਸਾਡੇ ਸਿੱਖ ਸਮਾਜ ਦੇ ਵਿਚਲੇ ਲੋਕ ਵੀ ਔਰ ਪੜ੍ਹੇ ਲਿਖੇ ਲੋਕ ਵੀ ਇਸ ਗੱਲ ਤੋਂ ਅਣਜਾਣ ਰਹੇ ਆ। ਔਰ ਕਿਸਾਨ ਲੀਡਰਸ਼ਿਪ ਨੇ ਜਿੱਥੇ ਇਨਕਲਾਬ ਜਿੰਦਾਬਾਦ ਤੇ ਜੋ ਬੋਲੇ ਸੋ ਨਿਹਾਲ ਦੋ ਨਾਅਰੇ ਇਕੱਠੇ ਕਰ ਦਿੱਤੇ, ਇਸੇ ਤਰ੍ਹਾਂ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਪ੍ਰਾਪਤੀਆਂ ਆ, ਜਿਹੜੀ ਵੱਡੀ ਪ੍ਰਾਪਤੀ ਆ ਉਹਨਾਂ ਦੀ ਇਤਿਹਾਸਕ ਪ੍ਰਾਪਤੀ ਉਹ ਇਹ ਆ ਵੀ ਉਹਨਾਂ ਨੇ ਜ਼ਮੀਨ ਜਿਹੜੀ ਆ ਉਹ ਹਲਵਾਕ ਨੂੰ ਦਿੱਤੀ। ਔਰ ਸੱਚੀ ਮੁੱਚੀ ਉਹਨੇ ਜਿਹੜਾ ਜ਼ਮੀਨਾਂ ਦੇ ਮਾਲਕ ਜਿਹੜੇ ਆ ਉਹ ਮੁਜ਼ਾਹਰਿਆਂ ਨੂੰ ਬਣਾ ਦਿੱਤਾ। ਔਰ ਉਹਦੇ ਤੋਂ ਪ੍ਰੇਰਨਾ ਲੈ ਕੇ ਬਾਅਦ ਦੇ ਵਿੱਚ ਹੋਰ ਵੀ ਮੁਜ਼ਾਹਰਿਆਂ ਦੀਆਂ ਲੜਾਈਆਂ ਜਿਹੜੀਆਂ ਉਹ ਲੜੀਆਂ ਗਈਆਂ ਆ। ਔਰ ਇਹ ਵਾਕਿਆ ਹੀ ਜਿਹੜੀ ਕਿਸਾਨ ਲੀਡਰਸ਼ਿਪ ਆ ਸਾਂਝੇ ਕਿਸਾਨ ਮੋਰਚੇ ਦੀ, ਉਹਨਾਂ ਦੀ ਬੜੀ ਸਿਆਣਪ ਆ ਕਿ ਉਹ ਜਿਹੜੇ ਮਹਾਂਪੁਰਖ ਆ ਭਾਰਤ ਪੱਧਰ ਦੇ, ਜਿਹੜੇ ਜਿਨ੍ਹਾਂ ਨੇ ਦੇਸ਼ ਦੇ ਪੱਧਰ ਦੇ ਉੱਤੇ ਉਤਸ਼ਾਹਤ ਕੀਤਾ ਹੈਗਾ, ਕਿਸਾਨਾਂ ਨੂੰ, ਆਮ ਜਨਤਾ ਨੂੰ ਜਾਗਰੂਕ ਕੀਤਾ ਆ। ਤੁਹਾਨੂੰ ਯਾਦ ਹੋਣਾ ਗਿੱਲ ਸਾਹਿਬ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਉਹਨਾਂ ਦਾ ਅਵਤਾਰ ਪੁਰਬ ਕੰਨਿਆ ਕੁਮਾਰੀ ਦੇ ਵਿੱਚ ਮਨਾਇਆ ਗਿਆ, ਉਹਦੀਆਂ ਖਬਰਾਂ ਲੱਗੀਆਂ ਜੀ। ਮਤਲਬ ਧੁਰ ਸਾਊਥ ਦੇ ਵਿੱਚ ਜਿੱਥੇ ਕਿ ਆਮ ਸਾਡੇ ਪ੍ਰਚਾਰਕ ਜਿਹੜੇ ਆ ਉਹਨਾਂ ਨੇ ਪ੍ਰਚਾਰ ਵੀ ਪਤਾ ਨਹੀਂ ਕੀਤਾ ਹੋਵੇਗਾ ਜਾਂ ਨਾ ਕੀਤਾ ਹੋਵੇ, ਜਾਂ ਉੱਥੋਂ ਤੱਕ ਰਸਾਈ ਉਹਨਾਂ ਦੀ ਹੋਵੇ ਕਿ ਨਾ ਹੋਵੇ। ਸੋ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਆ ਉਹ ਨਾ ਕੇਵਲ
ਸਿੱਖਾਂ ਦੇ ਨਾਇਕ ਆ, ਉਹ ਜਿੰਨੇ ਹਾਲਵਾਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਹੋਣ, ਉਹ ਉਹਨਾਂ ਦੇ ਨਾਇਕ ਆ। ਔਰ ਸਾਂਝੇ ਕਿਸਾਨ ਮੋਰਚੇ ਨੇ ਇਹ ਇੱਕ ਬਹੁਤ ਚੰਗੀ ਪ੍ਰਥਾ, ਚੰਗੀ ਰਵਾਇਤ ਜਿਹੜੀ ਆ ਉਹ ਪਾਈ ਆ, ਜਿਹਦੇ ਨਾਲ ਨਾ ਕੇਵਲ ਸਾਡੇ ਜਿਹੜੇ ਨਾਇਕ ਹੈਗੇ ਆ ਉਹਨਾਂ ਨੂੰ ਯਾਦ ਕਰਨ ਦਾ, ਉਹਨਾਂ ਬਾਰੇ ਜਾਣਨ ਦਾ ਸਾਨੂੰ ਮੌਕਾ ਮਿਲਦਾ ਆ, ਬਲਕਿ ਇਹ ਵੀ ਪਤਾ ਲੱਗਦਾ ਕਿ ਵੱਖਰੀਆਂ ਵੱਖਰੀਆਂ ਜਿਹੜੀਆਂ ਜਾਤੀਆਂ, ਇਲਾਕੇ ਆ, ਉਹਨਾਂ ਦੇ ਮਹਾਂਪੁਰਖ ਸਾਡੇ ਸਾਂਝੇ ਮਹਾਂਪੁਰਖ ਆ। ਬਿਲਕੁਲ। ਵੈਸੇ ਬਾਬਾ ਬੰਦਾ ਬਹਾਦਰ ਦਾ ਜਿਹੜਾ 8 ਸਾਲ ਦਾ ਰਾਜ ਸੀਗਾ ਜੀ, ਉਹਦੇ 'ਚ ਇੱਕ ਨਹੀਂ, ਉਹਨਾਂ ਨੇ ਬੜੇ ਮੀਲ ਪੱਥਰ ਜਿਹੜੇ ਆ ਉਹ ਸਾਬਤ ਕੀਤੇ ਸੀ, ਤੈਅ ਕਰਤੇ ਸੀ, ਬਣਾਤੇ ਸੀ, ਜਿਹੜੇ ਹੁਣ ਤੱਕ ਵੀ ਇਸ ਜਿਹੜੀ ਡੈਮੋਕ੍ਰੈਟਿਕ ਏਜ ਆ ਉਹਦੇ ਵਿੱਚ ਉੱਥੇ ਸ਼ਾਇਦ ਅਸੀਂ ਨਹੀਂ ਪਹੁੰਚ ਸਕੇ। ਕਿਹਾ ਜਾਂਦਾ ਹੈ ਕਿ ਇੱਕ ਤਾਂ ਉਹਨਾਂ ਨੇ ਆਪਣਾ ਰਾਜ ਭਾਗ ਆਪਣੇ ਨਾਂ ਤੇ ਕੁਝ ਵੀ ਨਹੀਂ ਸੀ ਕੀਤਾ, ਜੇ ਸਿੱਕਾ ਵੀ ਜਾਰੀ ਕੀਤਾ ਸੀ ਤੇ ਗੁਰੂ ਸਾਹਿਬਾਂ ਦੇ ਨਾਂ ਤੇ ਜਾਰੀ ਕੀਤਾ ਸੀਗਾ। ਤੇ ਜਿਹੜਾ ਵੀ ਵਿਅਕਤੀ ਉਹਨੂੰ ਖਾਲਸਾ ਰਾਜ, ਅਸਲ 'ਚ ਖਾਲਸਾ ਰਾਜ ਜਿਹੜਾ ਗੁਰੂ ਸਾਹਿਬਾਂ ਦੇ ਆਸ਼ੇ ਦਾ ਖਾਲਸਾ ਰਾਜ ਸੀਗਾ, ਉਹਦੀ ਸਥਾਪਤੀ ਕਰਕੇ ਦਿਖਾਈ ਸੀਗੀ। ਔਰ ਤੀਸਰਾ ਕਿਹਾ ਜਾਂਦਾ ਹੈ ਕਿ ਜਿਹੜਾ ਘੱਟੋ ਘੱਟ ਲਤਾੜਾ ਹੋਇਆ ਵਰਗ ਸੀ, ਦਲਿਤ ਭਾਈਚਾਰਾ, ਕੋਈ ਪਿੰਡਾਂ ਦੇ ਵਿੱਚ ਜਿਹੜੇ ਚੌਧਰੀਆਂ ਦੀ ਹੁਕੂਮਤ ਹੁੰਦੀ ਸੀ ਔਰ ਉਹ ਬੜੀ ਬੁਰੀ ਤਰ੍ਹਾਂ ਉਹਨਾਂ ਨਾਲ ਵਿਹਾਰ ਕਰਦੇ ਸੀਗੇ, ਇੱਥੋਂ ਤੱਕ ਕਿ ਉਹਨਾਂ ਦੇ ਡੋਲੇ ਲੁੱਟ ਲਏ ਜਾਂਦੇ ਸੀਗੇ, ਉਹਨਾਂ ਦੀਆਂ ਔਰਤਾਂ ਨੂੰ ਵਿਆਹ ਤੋਂ ਪਹਿਲੇ ਦਿਨ ਮਜਬੂਰ ਕੀਤਾ ਜਾਂਦਾ ਸੀ ਕਿ ਉਹ ਉਹਨਾਂ ਦੇ ਹਰਮ 'ਚ ਜਾਣ ਤੇ ਫੇਰ ਹੀ ਉਹ ਆਪਣੇ ਘਰ ਜਾ ਸਕਦੀਆਂ ਨੇ। ਉਹਨਾਂ ਨੂੰ ਨੱਥ ਪਾਈ ਸੀ। ਤੇ ਬੰਦਾ ਬਹਾਦਰ ਦੇ ਕੋਲ ਕੋਈ ਪਿੰਡ ਦਾ ਮਜਲੂਮ ਵਿਅਕਤੀ, ਭਾਵੇਂ ਉਹ ਕਿਸੇ ਵੀ ਗਰੀਬ ਦਲਿਤ ਜਾਤੀ ਦਾ ਹੋਵੇ, ਜਦੋਂ ਪਹੁੰਚਦਾ ਸੀਗਾ ਤੇ ਉਹਨੂੰ ਉਹ ਸਿੰਘ ਸਾਹਿਬ ਕਹਿ ਕੇ ਸੰਬੋਧਨ ਕਰਦੇ ਸੀਗੇ। ਤੇ ਜਦੋਂ ਉਹ ਵਾਪਸ ਆਪਣੇ ਪਿੰਡ ਪਰਦਾ ਸੀ ਤੇ ਪਿੰਡ ਦੇ ਚੌਧਰੀ ਜਿਹੜੇ ਆ ਉਹ ਖੜੇ ਹੋ ਕੇ ਉਹਦਾ ਸਵਾਗਤ ਕਰਦੇ ਸੀ। ਇੰਨੀ ਉਹਦੀ ਬੰਦਾ ਬਹਾਦਰ ਦੀ ਉਸ ਵੇਲੇ ਇੱਜ਼ਤ ਕਹਿ ਲਓ, ਉਹਨਾਂ ਦਾ ਦਬਦਬਾ ਕਹਿ ਲਓ, ਉਹਨਾਂ ਦੀ ਜੁਰਤ ਕਹਿ ਲਓ ਕਿ ਉਹਨਾਂ ਨੇ ਵੱਡੇ ਵੱਡੇ 30 ਮਾਰ ਖਾ ਜਿਹੜੇ ਸੀ ਉਹ ਚੁਕਾ ਦਿੱਤੇ ਸੀਗੇ। ਇੱਕ ਪਿੰਡ ਦਾ ਗਰੀਬੜਾ ਵਿਅਕਤੀ ਵੀ ਮਿਲ ਕੇ ਆਉਂਦਾ ਸੀ ਤੇ ਉਹਨੂੰ ਰਿਸੀਵ ਕਰਨ ਲਈ ਪਿੰਡ ਦੇ ਚੌਧਰੀ ਬਾਹਰ ਖੜੇ ਹੁੰਦੇ ਸੀਗੇ। ਬਿਲਕੁਲ ਤੁਸੀਂ ਠੀਕ ਕਿਹਾ ਜੀ ਕਿ ਉਹ ਕਿਸੇ ਕਵੀ ਨੇ ਲਿਖਿਆ ਨਾ ਕਿ ਭੂਰਿਆਂ ਵਾਲੇ ਰਾਜੇ ਕੀਤੇ। ਇਹ ਬੁੱਲੇ ਸ਼ਾਹ ਨੇ ਲਿਖਿਆ ਸੀ। ਬੁੱਲੇ ਸ਼ਾਹ ਦਾ ਬਹੁਤ ਵਧੀਆ ਕਲਾਮ ਹੈ, ਪਰ ਇਹਦੇ ਤੇ ਉੱਤੇ ਇਤਰਾਜ਼ ਆਉਂਦਾ ਆ ਕਿ ਉਹ ਮੁਸਲਮਾਨ ਹੋਣ ਦਾ ਫਰਜ਼ ਜ਼ਰੂਰ ਨਿਭਾ ਗਿਆ, ਕਿ ਉਹ ਕਹਿ ਰਿਹਾ ਕਿ ਮੁਗਲਾਂ ਨੇ ਤੇ ਜ਼ਹਿਰ ਪਿਆਲੇ ਪੀ ਰਹੇ ਤੇ ਭੂਰਿਆਂ ਵਾਲਿਆਂ ਨੂੰ ਰਾਜੇ ਬਣਾਤਾ। ਉਹ ਕਿਉਂਕਿ ਬੁੱਲੇ ਸ਼ਾਹ ਦਾ ਕਲਾਮ ਬਹੁਤ ਵਧੀਆ ਸਾਰਾ ਹੀ, ਪਰ ਕਿਤੇ ਨਾ ਕਿਤੇ ਉਹ ਆਪਣੇ ਇਸਲਾਮ ਨਾਲ ਜੋੜ ਕੇ ਉਹਨੂੰ ਲੱਗਿਆ ਕਿ ਬੁਰਾ ਹੋਇਆ। ਨਹੀਂ, ਮੈਂ ਉਹਦਾ ਪਹਿਲਾ ਹਿੱਸਾ ਹੀ ਬੋਲਣਾ ਹੈ, ਮੈਂ ਦੂਜਾ ਨਹੀਂ ਬੋਲਦਾ। ਜਿਹੜੇ ਭੂਰਿਆਂ ਵਾਲੇ ਰਾਜੇ ਕੀਤੇ ਆ ਨਾ ਜੀ, ਉਹ ਅਸਲ ਦੇ ਵਿੱਚ ਜਿਹੜੇ ਆਮ ਸਧਾਰਨ ਆਦਮੀ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ, ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਦਿਖਾਇਆ ਜੀ। ਤੇ ਇਸ ਕਰਕੇ ਅਸੀਂ ਤਾਂ ਸਾਂਝੇ ਕਿਸਾਨ ਮੋਰਚੇ ਦੀ ਇਸ ਗੱਲੋਂ ਪ੍ਰਸ਼ੰਸਾ ਕਰਦੇ ਹਾਂ ਬਈ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸ਼ਹੀਦੀ ਦਿਵਸ ਆ ਉਹ ਮਨਾਇਆ। ਔਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਜਾਣਕਾਰੀ ਜਿਹੜੀ ਆ ਉਹ ਇਸ ਕਿਸਾਨ ਮੋਰਚੇ ਤੋਂ ਮਿਲੀ ਆ। ਔਰ ਇਸ ਤੋਂ ਪਹਿਲਾਂ ਸਾਡੇ ਜਲੰਧਰ ਦੇ ਇੱਕ ਲੇਖਕ ਦੋਸਤ ਨੇ ਸਤਨਾਮ ਸਿੰਘ ਚਾਨਾ, ਉਹਨਾਂ ਨੇ ਇਹ ਪੰਜਾਬੀ ਕਮਿਊਨ ਦੇ ਨਾਂ ਹੇਠ ਇੱਕ ਕਿਤਾਬ ਲਿਖੀ ਹੈਗੀ ਆ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੀ ਸਮਰਪਿਤ ਆ। ਔਰ ਉਹਨਾਂ ਨੇ ਇੱਕ ਫਿਲਮ ਵੀ ਬਣਾਈ ਆ ਜਿਹਦਾ ਨਾਂ ਉਹਨਾਂ ਨੇ ਰੱਖਿਆ ਹੈਗਾ ਗੁਰੂ ਦਾ ਬੰਦਾ। ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਇੱਕ ਟ੍ਰਿਬਿਊਟ ਦਿੱਤਾ ਹੈਗਾ। ਔਰ ਇਹ ਵਾਕਿਆ ਹੀ ਇੱਕ ਨਾਇਕ ਜਿਹੜੇ ਸਾਡੇ ਪੰਜਾਬੀਆਂ ਦੇ, ਸਿੱਖਾਂ ਦੇ, ਉਹਨਾਂ ਬਾਰੇ ਪੁਸਤਕਾਂ ਲਿਖਣੀਆਂ, ਫਿਲਮਾਂ ਬਣਾਉਣੀਆਂ, ਇਹ ਬਹੁਤ ਉਹ ਡਿਜ਼ਰਵ ਕਰਦੇ ਆ ਇਸ ਗੱਲ ਨੂੰ ਜੀ। ਬਹੁਤ ਕੰਮ ਹੋਇਆ ਜੀ, ਵੈਸੇ ਕੰਮ ਤੇ ਬਹੁਤ ਹੋਇਆ ਪਿਛਲੇ ਕੁਝ ਇਸ ਸਦੀ ਦੇ ਵਿੱਚ ਹੋਇਆ ਕੰਮ। ਪਿਛਲੀ ਸਦੀ ਦੇ ਅਖੀਰਲੇ ਸਾਲਾਂ 'ਚ ਵੀ ਗੰਡਾ ਸਿੰਘ ਹੀਰਾਂ ਨੇ ਉਹਨਾਂ ਤੇ ਬਹੁਤ ਅੱਛਾ ਉਹਨਾਂ ਦਾ ਸਾਰਾ ਕੁਝ ਖੋਜ ਕਰਕੇ ਕੱਢਿਆ ਸੀ। ਪਰ ਹੁਣ ਤੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਬਾਬਾ ਬੰਦਾ ਬਹਾਦਰ ਦੇ ਉੱਤੇ, ਕਾਫੀ ਸਾਰੇ ਨਾਮਵਰ ਇਤਿਹਾਸਕਾਰਾਂ ਨੇ ਉਹਨਾਂ ਦਾ ਇਤਿਹਾਸ ਦੀ ਖੋਜਬੀਨ ਕਰਕੇ ਚੀਜ਼ਾਂ ਸਾਹਮਣੇ ਲਿਆਂਦੀਆਂ ਨੇ। ਪਰ ਸਿੱਖ ਧਰਮ 'ਚ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਉਹਨਾਂ ਨਾਲ ਕੋਈ ਮਾੜਾ ਜਿਹਾ ਵੀ, ਜਿਵੇਂ ਮਲੇਰਕੋਟ ਦੀ ਮਿਸਾਲ ਦਿੰਦੇ ਆ ਕਿ ਹਾਥ ਦਾ ਨਾਰਾ ਮਾਰਦਾ ਤੇ ਉਹਦੇ ਨਾਲ ਨਿਭਾਈ ਜਾਂਦੀ ਆ, ਪਰ ਬੰਦਾ ਬਹਾਦਰ ਨਾਲ ਸਿੱਖਾਂ ਨੇ ਉਹ ਜਿਹੜੀ ਅੱਛੀ ਸ਼ਰਤ ਜਿਹੜੀ ਉਹਨਾਂ ਦੇ ਨਾਂ ਨਾਲ ਲੱਗਦੀ ਉਹ ਸ਼ਾਇਦ ਨਹੀਂ ਨਿਭਾਈ। ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਰਿਹਾ। ਪਰ ਹੁਣ ਆ ਕੇ ਇਸ ਚੀਜ਼ ਦਾ ਅਹਿਸਾਸ ਜ਼ਰੂਰ ਹੋਇਆ, ਖਾਸ ਕਰਕੇ ਇਸ ਮੋਰਚੇ ਨੇ ਵੀ ਕਰਾਇਆ। ਔਰ ਕੁਝ ਲੋਕਾਂ ਨੂੰ ਇਦਾਂ ਦਾ ਮਹਿਸੂਸ ਹੋਣ ਲੱਗਾ ਕਿ ਬੰਦਾ ਬਹਾਦਰ ਅਸਲ 'ਚ ਸਿੱਖ ਧਰਮ ਦਾ ਇੱਕ ਵੱਡਾ ਨਾਇਕ ਆ, ਜਰਨੈਲ ਆ, ਉਹਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਨਹੀਂ ਤੇ ਕਲੇਮ ਕਰਨ ਵਾਲੇ ਹੋਰ ਵੀ ਕਈ ਉੱਠ ਖੜੇ ਹੋਏ ਸੀ।
ਸੰਤ ਸਿੰਘ ਸੇਖੋਂ ਜੀ ਸਾਡੇ ਬੜੇ ਵੱਡੇ ਵਿਦਵਾਨ ਹੋਏ ਆ, ਲੇਖਕ। ਉਹ ਕਹਿੰਦੇ ਹੁੰਦੇ ਸੀਗੇ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਆ, ਉਹਦੇ ਚ ਕਹਿੰਦਾ ਲੱਗਦਾ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਹੀ ਬੰਦੇ ਦੇ ਰੂਪ ਦੇ ਵਿੱਚ ਆਏ ਹੋਣ। ਹਾਂਜੀ, ਉਹ ਇਸ ਪੜਿਆ ਗੱਲ ਦੇ ਉੱਤੇ ਨਾਟਕ ਪੜਿਆ ਜੀ ਹਾਂਜੀ, ਉਹਨਾਂ ਦਾ। ਹਾਂਜੀ, ਇਸ ਗੱਲ ਦੇ ਉੱਤੇ ਇਤਿਹਾਸਕਾਰਾਂ ਦੇ ਵਿੱਚ ਮਤਭੇਦ ਹੋ ਸਕਦੇ ਆ, ਪਰ ਮੈਨੂੰ ਇੱਕ ਗੱਲ ਉਹਨਾਂ ਦੀ ਠੀਕ ਜਾਪਦੀ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਜੋ ਲੋਕ ਪੱਖੀ ਕੰਮ ਕਰ ਰਹੇ ਸੀਗੇ, ਜੋ ਇਨਸਾਫ ਪਸੰਦੀ ਦੇ ਕੰਮ ਕਰ ਰਹੇ ਸੀਗੇ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਸਿੱਖਿਆਵਾਂ ਦੀ ਭਾਵਨਾ, ਸਪਿਰਿਟ ਜ਼ਰੂਰ ਹੋਏਗੀ। ਸੋ ਮੈਂ ਸਮਝਣਾ ਵੀ ਉਹਨਾਂ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਕੋਈ ਹੋਵੇ ਭਾਵੇਂ ਨਾ ਹੋਵੇ, ਪਰੰਤੂ ਇਹ ਗੱਲ ਜ਼ਰੂਰ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਭਾਵਨਾ ਆ, ਸਪਿਰਿਟ ਆ, ਉਹ ਜ਼ਰੂਰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿਖਾਈ ਹੈ ਇੱਥੇ ਆ ਕੇ। ਔਰ ਜਿਹੜੇ ਦੱਬੇ ਕੁਚਲੇ ਲੋਕ ਆ, ਜਿਨ੍ਹਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਸੀਗਾ, ਉਹਨਾਂ ਨੂੰ ਉਹਨਾਂ ਨੇ ਇਨਸਾਫ ਦਵਾਇਆ ਔਰ ਚੰਗੀਆਂ ਰਵਾਇਤਾਂ ਜਿਹੜੀਆਂ ਉਹ ਪਾਈਆਂ। ਜੀ ਬਿਲਕੁਲ, ਗੁਰੂ ਸਾਹਿਬਾਂ ਦੀ ਰੂਹ ਜਿਹੜੀ ਸੀਗੀ, ਕੁਝ ਲੋਕਾਂ ਨੇ ਤੇ ਬਹੁਤ ਛੋਟਾ ਕਰ ਦਿੱਤਾ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਿਰਫ ਬਦਲਾ ਹੀ ਲਿਆ ਉਹਨਾਂ ਨੇ, ਪਰ ਉਹਨਾਂ ਨੇ ਜਿਸ ਤਰੀਕੇ ਦਾ ਕੰਮਕਾਰ ਕੀਤਾ ਉਹਨੂੰ ਨਹੀਂ ਭੁਲਾਇਆ ਜਾ ਸਕਦਾ। ਸੋ ਕਿਸਾਨ ਅੰਦੋਲਨ ਦੀ ਇੱਕ ਵਾਰੀ ਫੇਰ ਗੱਲ ਕਰ ਲਈਏ। ਕਿਸਾਨ ਅੰਦੋਲਨ ਦਾ ਪ੍ਰੈਸ਼ਰ ਜਿਹੜਾ ਹੈ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਤੇ ਪੈਂਦਾ ਨਜ਼ਰ ਆ ਰਿਹਾ। ਜਿਹੜੀ ਕੋਵਿਡ ਦੀ ਅਸਫਲਤਾ ਹੋਈ ਆ ਮੋਦੀ ਸਰਕਾਰ ਦੀ, ਉਹਦੇ ਤੋਂ ਆਪਸੀ ਫੁੱਟ ਵੀ ਪਈ ਆ, ਔਰ ਯੂਪੀ ਦੀ ਸਿਰ ਤੇ ਇਲੈਕਸ਼ਨ ਆ, ਤੇ ਕਿਹਾ ਜਾ ਰਿਹਾ ਹੈ ਕਿ ਯੂਪੀ 'ਚ ਲਗਭਗ ਦੁਫਾੜ ਹੋ ਚੁੱਕੀ ਆ ਪਾਰਟੀ। ਔਰ ਜਿਹੜੇ ਜੋਗੀ ਸਾਹਿਬ ਉੱਥੋਂ ਦੇ ਹੈਗੇ ਨੇ ਮੁੱਖ ਮੰਤਰੀ, ਉਹ ਪੂਰੀ ਤਰ੍ਹਾਂ ਬਾਗੀ ਹੋ ਗਏ ਨੇ ਹੁਣ ਉਹਨਾਂ ਦੋਨਾਂ ਵੱਡੇ ਲੀਡਰਾਂ ਤੋਂ, ਜਿਨ੍ਹਾਂ ਦਾ ਸਿੱਕਾ ਚੱਲਦਾ ਸੀਗਾ ਅਮਿਤ ਸ਼ਾਹ ਤੇ ਮੋਦੀ ਦਾ। ਤੇ ਪਰ ਹੁਣ ਇਹ ਬਦਲੇ ਹਾਲਾਤਾਂ 'ਚ ਇੱਕ ਆਸ ਵੱਝਦੀ ਆ ਕਿ ਕਿਸਾਨੀ ਮੂਵਮੈਂਟ ਜਿਹੜੀ ਆ ਕੋਈ ਨਾ ਕੋਈ ਇਹਦੇ ਵਿੱਚੋਂ ਲੈ ਨਿਕਲੇਗੀ, ਕਿਉਂਕਿ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ, ਝੋਨੇ ਦਾ ਜਿਹੜਾ ਹੈਗਾ ਮਿਨੀਮਮ ਸਮਰਥਨ ਮੁੱਲ ਉਹ 72 ਰੁਪਏ ਦਾ ਵਾਧਾ ਕਰਕੇ 1868 ਤੋਂ ਜਿਹੜਾ ਆ 1940 ਰੁਪਏ ਪਰ ਕੁਇੰਟਲ ਕਰ ਦਿੱਤਾ ਗਿਆ। ਬਾਜਰਾ ਭਾਵੇਂ ਪੰਜਾਬ 'ਚ ਅੱਜ ਕੱਲ੍ਹ ਬਹੁਤ ਜਗ੍ਹਾ ਨਹੀਂ ਹੁੰਦਾ, ਉਹਦੇ ਵਿੱਚ ਵੀ 100 ਰੁਪਏ ਦਾ ਵਾਧਾ ਕੀਤਾ ਜੀ। ਜਿਹੜੀ MSP ਆ 2150 ਤੋਂ 2250 ਕੀਤੀ ਆ। ਤੇ ਕੱਲ ਪਰਸੋਂ ਦੇ ਬਿਆਨ ਆ ਰਹੇ ਕਿ ਬਹੁਤ ਸਾਰੀਆਂ ਦਾਲਾਂ ਤੇ ਤੇਲ ਬੀਜਾਂ ਨੂੰ ਵੀ MSP ਦੇ ਅੰਡਰ ਲਿਆਉਣ ਦੀ ਸਰਕਾਰ ਯਤਨ ਕਰ ਰਹੀ ਆ ਕਿ ਝੋਨੇ ਤੇ ਕਣਕ ਦੀਆਂ ਰਵਾਇਤੀ ਫਸਲਾਂ ਤੋਂ ਖਹਿੜਾ ਛਡਾਇਆ ਜਾ ਸਕੇ। ਜੇਕਰ ਇਹ ਸਾਰਾ ਕੁਝ ਇਮਾਨਦਾਰੀ ਨਾਲ ਸਰਕਾਰ ਕਰਦੀ ਆ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਖੇਤੀ ਦੇ ਵਿੱਚ ਬਦਲਾਅ ਜਿਹੜਾ ਉਹਨੂੰ ਜ਼ਰੂਰ ਮਹਿਸੂਸ ਕਰਾਂਗੇ। ਪੰਜਾਬ ਦਾ ਕਿਸਾਨ ਕਦੀ ਵੀ ਨਵੀਂ ਟੈਕਨੋਲੋਜੀ ਨੂੰ ਅਪਣਾਉਣ 'ਚ, ਨਵੇਂ ਬੀਜਾਂ ਨੂੰ ਅਪਣਾਉਣ 'ਚ, ਨਵੀਆਂ ਫਸਲਾਂ ਨੂੰ ਅਪਣਾਉਣ 'ਚ ਪਿੱਛੇ ਨਹੀਂ ਰਿਹਾ। ਉਹਨੇ ਕਈ ਵਾਰ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਵੀ ਅੱਗੇ ਵੱਧ ਕੇ ਰਿਜ਼ਲਟ ਜਿਹੜੇ ਆ ਉਹ ਦਿੱਤੇ ਆ ਜੀ। ਤੇ ਸੋ ਉਮੀਦ ਕਰਨੀ ਚਾਹੀਦੀ ਆ ਕਿ ਜਿਹੜਾ ਆਉਣ ਵਾਲਾ ਭਵਿੱਖ ਆ ਪੰਜਾਬ ਦੀ ਕਿਸਾਨੀ ਦਾ, ਇਸ ਅੰਦੋਲਨ ਤੋਂ ਬਾਅਦ ਨਿਖਰੇਗਾ, ਸਵਰੇਗਾ ਤੇ ਕੁਛ ਨਾ ਕੁਛ ਚੰਗੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ। ਦੇਖੋ ਜੀ, ਜਿਹੜਾ ਪੰਜਾਬ ਦਾ ਕਿਸਾਨ ਆ ਜਾਂ ਪੰਜਾਬੀ ਵਿਅਕਤੀ ਆ, ਮੈਂ ਮਤਲਬ ਕਿਸਾਨ ਤੋਂ ਵੀ ਗਾਂਹ ਜਾਣਾ, ਜਿਹੜੇ ਹੋਰ ਵੀ ਕਿੱਤੇ ਕਰਨ ਵਾਲੇ ਆ। ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਉੱਥੇ ਜਿਹੜੇ ਸਭ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਜਾ ਕੇ ਡੇਰਾ ਲਾਇਆ ਨਾ, ਉੱਥੇ ਕਿਸ ਤਕਨੀਕ ਨਾਲ ਉਹਨਾਂ ਨੇ ਸਾਰੇ ਟਰਾਲੀਆਂ ਨੂੰ ਵੀ ਘਰ ਬਣਾ ਲਿਆ, ਔਰ ਕਿਵੇਂ ਕਿਵੇਂ ਜਿਹੜਾ ਜ਼ਿੰਦਗੀ ਦੀ ਸਹੂਲਤ ਪੈਦਾ ਕਰਨੀ ਆ, ਘਰਾਂ ਵਰਗੀ ਤਾਂ ਨਹੀਂ ਹੋ ਸਕਦੀ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਆ ਹੋਵੇ। ਅੱਜ ਮੈਂ ਦੇਖ ਰਿਹਾ ਸੀਗਾ ਕਿ ਜਿਹੜੀ ਸਿੰਘੂ ਬਾਰਡਰ ਦੀ ਸਟੇਜ ਲੱਗਦੀ ਆ, ਉਹਦੇ ਤੋਂ 2 3 4 5 ਕਿਲੋਮੀਟਰ ਤੱਕ ਪਿੱਛੇ ਲਾਈਨਾਂ ਲੱਗੀਆਂ ਨੇ ਟਰਾਲੀਆਂ ਦੀਆਂ, ਸੜਕ ਦੇ ਕੰਢੇ ਤੇ ਟਰਾਲੀਆਂ ਖੜੀਆਂ ਆ। ਤੇ ਉਹ ਜਿਹੜੇ ਪਿਛਲੇ ਟੇਲ ਵਾਲੇ ਸੀਗੇ ਲੋਕ, ਉਹਨਾਂ ਨੂੰ, ਬਜ਼ੁਰਗਾਂ ਨੂੰ, ਔਰਤਾਂ ਨੂੰ ਜਿਹੜੀ ਸਟੇਜ ਲੱਗਦੀ ਸੀਗੀ ਉੱਥੇ ਜਾਣ ਦੇ ਵਿੱਚ ਮੁਸ਼ਕਲ ਆਉਂਦੀ ਸੀਗੀ। ਕਈ ਬਜ਼ੁਰਗ ਜਿਹੜੇ ਆ ਇੰਨਾ ਤੁਰ ਵੀ ਨਹੀਂ ਸਕਦੇ। ਉਹਨਾਂ ਨੇ ਜੀ ਇੱਕ ਟਰਾਲੀ ਨੂੰ ਹੀ ਮਤਲਬ ਕਿਸਾਨ ਐਕਸਪ੍ਰੈਸ ਬਣਾ ਕੇ ਤੇ ਉਹਦਾ ਜਿਹੜਾ ਸਿਲਸਿਲਾ ਹੈਗਾ ਉਹਦੇ 'ਚ ਸਮਝ ਲਓ ਵੀ 40 50 ਬੰਦੇ ਜਿਹੜੇ ਆ ਉਹ ਇੱਕ ਵਾਰੀ ਬੈਠ ਜਾਂਦੇ ਆ। ਸੋ ਇਸ ਕਿਸਮ ਦੇ ਜਿਹੜੇ ਜੁਗਾੜ ਆ, ਜਿੱਥੇ ਪੰਜਾਬੀ ਨਵੀਂ ਟੈਕਨੋਲੋਜੀ ਨੂੰ ਅਪਣਾਉਂਦੇ ਆ, ਉੱਥੇ ਨਵੀਆਂ ਖੋਜਾਂ ਵੀ ਕਰਦੇ ਆ। ਘੜੁੱਕਿਆਂ ਦਾ ਤੁਹਾਨੂੰ ਪਤਾ ਹੋਣਾ, ਹਾਂਜੀ ਹਾਂਜੀ, ਜਿਹੜੇ ਆਪਣੇ ਦੇਸੀ ਪੀਟਰ ਇੰਜਣ ਲਾ ਕੇ ਤੇ ਮਿਸਤਰੀਆਂ ਨੇ ਕੀ ਦਾ ਕੀ ਬਣਾਤਾ। ਸੋ ਇਹ ਇਨੋਵੇਟਿਵ ਨੇ ਜੀ ਪੰਜਾਬੀ। ਇਹ ਇਕੱਲੇ ਮਤਲਬ ਖੇਤੀਬਾੜੀ 'ਚ ਹੀ ਨਹੀਂ, ਸਾਰੀਆਂ ਗੱਲਾਂ 'ਚ ਇਨੋਵੇਟਿਵ ਨੇ। ਹਰ ਥਾਂ ਜਾ ਕੇ ਆਪਣੀ ਵੱਖਰੀ ਪਛਾਣ ਜਿਹੜੀ ਆ ਉਹ ਬਣਾ ਲੈਂਦੇ ਆ।
ਤੇ ਜਿੱਦਾਂ ਤੁਸੀਂ ਕਿਹਾ ਵੀ ਕਿਸਾਨ ਮੋਰਚੇ ਦੀ ਵੀ ਇਹ ਬਹੁਤ ਵੱਡੀ ਪ੍ਰਾਪਤੀ ਆ, ਜਿਹੜਾ MSP ਵਧਾਈ ਆ ਜਾਂ ਗੱਲਬਾਤ ਲਈ ਸੱਦਾ ਦਿੱਤਾ, ਜਾਂ BJP ਦੇ ਵਿੱਚ ਇਹ ਦੋ ਵਿਚਾਰ ਬਣ ਗਏ ਆ ਭਈ ਮੋਦੀ ਸਾਹਿਬ ਜਿਹੜੇ ਆ ਇਹਨਾਂ ਨੇ ਜਿੰਨੇ ਵੀ ਕੰਮ ਕੀਤੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਲੋਕਾਂ ਦੇ ਖਿਲਾਫ ਸੀਗੇ, ਐਂਟੀ ਪੀਪਲ ਸੀਗੇ। ਤੇ ਉਹਦੇ ਹੀ ਕਰਕੇ ਹੁਣ ਕਿਹਾ ਜਾ ਰਿਹਾ, ਇਹ ਵੀ ਪਤਾ ਲੱਗਾ ਗਿੱਲ ਸਾਹਿਬ ਵੀ ਜਿਹੜੀਆਂ ਹੁਣ ਜਿਨ੍ਹਾਂ ਸਟੇਟਾਂ 'ਚ ਚੋਣ ਹੋਣੀ ਆ ਨਾ, ਜਿੱਦਾਂ UP ਵੀ ਆ, ਉਹਨਾਂ 'ਚ ਵੀ ਉੱਥੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਤਸਵੀਰ ਜਿਹੜੀ ਆ ਉਹ ਬਿਲਕੁਲ ਨਹੀਂ ਦਿਖਾਈ ਜਾਏਗੀ। ਉਹ ਇਹ ਜਿਹੜੀਆਂ ਗੱਲਾਂ ਹੈਗੀਆਂ, ਇਹ ਮੈਨੂੰ ਲੱਗਦਾ ਹੈ ਵੀ ਕਿਸਾਨੀ ਲਹਿਰ ਦਾ ਇੱਕ ਬਹੁਤ ਵੱਡਾ ਪ੍ਰਭਾਵ ਆ। ਔਰ ਅੱਗੇ ਵੀ ਆਪਾਂ ਕਹਿੰਦੇ ਆ ਵੀ ਵਿਨਾਸ਼ ਕਾਲੇ ਵਿਪਰੀਤ ਕਾਲੇ ਹਾਂਜੀ ਹੈ ਜੀ, ਪੰਜਾਬੀ ਚ ਕਹਿ ਲਓ ਜੀ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਮੱਤ ਮਾਰੀ ਜਾਂਦੀ ਆ ਨਾ ਜਦੋਂ, ਹਾਂ। ਤੇ ਉਹ ਮੱਤ ਮਾਰੀ ਤੇ ਆ ਹੁਣ ਈਵਨ ਜਿਹੜਾ ਇਹ ਇੱਕ ਸਟਾਇਰ ਜਿਹਾ ਕਰਦੇ ਹੁੰਦੇ ਸੀ ਨਾ ਬੰਗਾਲ ਦੀਆਂ ਚੋਣਾਂ ਦੇ ਦੌਰਾਨ, ਉਹ ਦੀਦੀ ਉਹ ਦੀਦੀ, ਉਹਨੂੰ BJP ਨੇ ਵੀ ਪਸੰਦ ਨਹੀਂ ਕੀਤਾ, ਕਿਉਂਕਿ ਜਿਹੜਾ ਭਾਰਤ ਦੇਸ਼ ਆ ਇਹ ਔਰਤ ਦੀ ਇੱਜ਼ਤ ਕਰਨ ਵਾਲਾ ਦੇਸ਼ ਆ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਪੁੱਠੀਆਂ ਪਈਆਂ ਹੈਗੀਆਂ। ਆਪਾਤਕਾਲੇ ਵਿਪਰੀਤ ਬੁੱਧੀ ਉਹ ਆ ਜੀ ਜਿਹੜਾ ਸੰਸਕ੍ਰਿਤ ਦਾ। ਸੋ ਇਹ ਗਿੱਲ ਸਾਹਿਬ ਕਿਸਾਨ ਅੰਦੋਲਨ ਜਿਹੜਾ ਆ, ਅਸੀਂ ਕਿਉਂਕਿ ਇੱਥੋਂ ਆਪਣੇ TV ਚੈਨਲ ਵੱਲੋਂ ਵੀ ਜਿਹੜਾ ਕਿਸਾਨ ਸਪੋਰਟ ਗਰੁੱਪ ਆ ਉਹਦੇ ਵੱਲੋਂ ਵੀ ਜਿਹੜਾ ਉਹਨਾਂ ਦੀ ਸਪੋਰਟ ਵੀ ਕਰਦੇ ਰਹੇ ਆ, ਤੇ ਬਲਕਿ ਜਿਹੜੇ ਸੱਦੇ ਕਿਸਾਨਾਂ ਵੱਲੋਂ ਦਿੱਤੇ ਜਾਂਦੇ ਰਹੇ ਆ ਉਹ ਅਸੀਂ ਕੈਨੇਡਾ ਦੇ ਵਿੱਚ ਇੰਪਲੀਮੈਂਟ ਕਰਦੇ ਰਹੇ ਆ, ਤੇ ਕਿਸਾਨ ਲੀਡਰਾਂ ਨੂੰ ਅਸੀਂ ਇੱਥੇ ਸੱਦ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਜ਼ੂਮ ਦੇ ਉੱਤੇ ਸੁਣਦੇ ਰਹੇ ਆ। ਜਿਹੜੀ ਤੁਸੀਂ ਉਹ ਬੱਸ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਵੀ ਟੋਰਾਂਟੋ ਦੇ ਕੋਈ ਨੌਜਵਾਨਾਂ ਦਾ ਹੱਥ ਹੈ ਜੀ, ਉਹਨੂੰ ਬਣਾਉਣ 'ਚ ਤੇ ਕਰਨ ਦੇ ਵਿੱਚ। ਸ਼ਾਇਦ ਉਹ ਵੀ ਖਬਰ ਮੈਂ ਤੁਹਾਨੂੰ ਸਾਂਝੀ ਕਰਾਂਗਾ ਕਿਸੇ ਦਿਨ ਕਿ ਕਿੱਦਾਂ ਉਹਨਾਂ ਨੇ ਹੈਲਪ ਕੀਤੀ ਆ, ਕਿਉਂਕਿ ਬਾਹਰ ਬੈਠੇ ਜਿਹੜੇ NRI ਨੇ ਉਹ ਵੀ ਕਾਫੀ ਚਿੰਤਤ ਨੇ, ਉੱਥੋਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਾਫੀ ਕੁਝ ਕਰ ਰਹੇ ਆ। ਸੋ ਸਮਾਂ ਆਪਣਾ ਹੋ ਗਿਆ, ਇੱਕ ਦੋ ਖਬਰਾਂ ਹੈਗੀਆਂ ਸੀ ਵੱਡੀਆਂ, ਉਹ ਸੁਸ਼ੀਲ ਰਾਣਾ ਕਰ ਲਾਂਗੇ। ਇੱਕ ਤਾਂ ਕਿਸਾਨ ਆਗੂ ਟਕੈਤ ਦਾ ਮਮਤਾ ਨੂੰ ਮਿਲਣਾ, ਤੇ ਮਮਤਾ ਦਾ ਕਹਿਣਾ ਕਿ ਮੋਦੀ ਨੂੰ ਹਟਾਉਣਾ ਬਹੁਤ ਜ਼ਰੂਰੀ ਆ, ਸਾਡਾ ਨਿਸ਼ਾਨਾ ਉਹਨੂੰ ਹਟਾਉਣਾ ਆ। ਦੂਜੇ ਪਾਸੇ ਕਾਂਗਰਸ 'ਚ ਟੁੱਟ ਭੱਜ ਜਾਰੀ ਆ, ਜਿਹੜੇ ਰਾਹੁਲ ਗਾਂਧੀ ਦੇ ਨੇੜਲੇ ਵਿਅਕਤੀ ਨੇ ਉਹ ਕਾਂਗਰਸ ਛੱਡ ਰਹੇ ਨੇ ਇਸ ਮੌਕੇ ਤੇ ਤੀਸਰੀ ਖਬਰ ਜਿਹੜੀ ਸੀ, ਪੰਜਾਬ 'ਚ ਜਿਹੜੀ ਖੜਗੇ ਕਮੇਟੀ ਬਣੀ ਸੀ ਉਹਦੀ ਰਿਪੋਰਟ ਅੱਜ ਦੇਣੀ ਹੈਗੀ ਆ, ਜਿਹੜਾ ਕੱਲ ਉੱਥੇ ਆ ਜਾਣਾ ਆ ਸੋਨੀਆ ਗਾਂਧੀ ਨੂੰ। ਦੇਖਦੇ ਆ ਉਹਦਾ ਕੀ ਰਿਜ਼ਲਟ ਨਿਕਲਦਾ। ਅਜੇ ਤੇ ਚੁੱਪ ਪਸਰੀ ਹੋਈ ਆ, ਇਹਦੇ ਬਾਰੇ ਕੋਈ ਕਮੈਂਟ ਜਾਂਦੇ ਜਾਂਦੇ ਕਰਨੇ ਹੋਣ ਤੇ ਤੁਸੀਂ ਕਰ ਸਕਦੇ ਹੋ, ਬਾਕੀ ਡਿਟੇਲ ਆਪਾਂ ਸੁਸ਼ੀਲ ਨਾਲ ਕੋਲ ਲੈ ਲਾਂਗੇ। ਇਹਦੇ 'ਚ ਜਿਹੜੀ ਮਮਤਾ ਬੈਨਰਜੀ ਗੱਲ ਕਹਿੰਦੀ ਆ ਨਾ ਜੀ, ਉਹ ਭਾਰਤ ਦੇ ਬਹੁਤ ਸਾਰੇ ਲੋਕਾਂ ਦੀ ਭਾਵਨਾ ਆ ਕਿ ਆਲ ਇਨ ਵਨ ਦਾ ਮਤਲਬ ਇਹ ਆ ਕਿ ਜਿਹੜੇ ਅਪੋਜੀਸ਼ਨ ਵਾਲੇ ਆ, ਜਿਹੜੇ ਸਿਆਣੇ ਲੋਕ ਆ, ਜਿਹੜੇ ਦੇਸ਼ ਦੀ ਅਗਵਾਈ ਕਰਨ ਦੇ ਕਾਬਿਲ ਹੋ ਸਕਦੇ ਆ, ਉਹ ਇਕੱਠੇ ਹੋ ਕੇ ਮੋਦੀ ਨੂੰ ਗੱਦੀ ਤੋਂ ਲਾਉਣ। ਉਹਦੇ ਵਿੱਚ ਜਿਹੜੀ TMC ਆ ਉਹਦੀ ਦੂਜਿਆਂ ਰਾਜਾਂ 'ਚ ਐਕਸਪੈਂਸ਼ਨ ਦੀ ਗੱਲ ਵੀ ਆ, ਪਰੰਤੂ ਜਿਹੜੀ ਟਕੈਤ ਸਾਹਿਬ ਨਾਲ ਮੁਲਾਕਾਤ ਆ ਉਹ ਐਕਚੁਅਲੀ ਕਿਸਾਨੀ ਪਾਵਰ ਨੂੰ ਆਪਣੇ ਨਾਲ ਲੈਣ ਵਾਲੀ ਗੱਲ ਹੈਗੀ ਆ। ਉਹਦੀ ਪੋਲੀਟੀਕਲ ਮਹੱਤਤਾ ਇਸ ਕਰਕੇ ਆ ਕਿ ਉਹ ਜਿਹੜੇ ਦੇਸ਼ ਦੇ ਆਪੋਜੀਸ਼ਨ, ਜਿਹੜੀ ਸਰਕਾਰ, ਜਿਹੜੀ ਆਪੋਜੀਸ਼ਨ ਪਾਰਟੀਆਂ ਮੋਦੀ ਨੂੰ ਲਾਉਣ ਦੇ ਵਿੱਚ ਹਿੱਸਾ ਪਾ ਸਕਦੀਆਂ, ਉਹਨਾਂ ਨੂੰ ਜੋੜਨ ਦੀ ਵੀ ਆ। ਔਰ ਕਿਸਾਨੀ ਅੰਦੋਲਨ ਦੇ ਪੱਖ ਤੋਂ ਇਹ ਬੜੀ ਮਹੱਤਵਪੂਰਨ ਖਬਰ ਆ ਕਿ ਮਮਤਾ ਬੈਨਰਜੀ ਨੇ ਕਿਸਾਨੀ ਮਦਦ ਨੂੰ ਮਾਨਤਾ ਦਿੱਤੀ ਆ, ਜਿਹੜੀ ਉਹਨਾਂ ਦੀਆਂ ਚੋਣਾਂ ਦੇ ਵਿੱਚ ਕਿਸਾਨਾਂ ਨੇ ਬੰਗਾਲ ਦੇ ਵਿੱਚ ਜਾ ਕੇ ਕੀਤੀ ਆ। ਔਰ ਇਹ ਚੰਗਾ ਸ਼ਗਨ ਆ ਕਿ ਟਕੈਤ ਸਾਹਿਬ ਤੇ ਮਮਤਾ ਬੈਨਰਜੀ ਮਿਲ ਕੇ ਕੋਈ ਇਸ ਕਿਸਮ ਦੀ ਤਾਕਤ ਜਿਹੜੀ ਆ ਉਹਨੂੰ ਇਕੱਠਿਆਂ ਕਰਨ। ਬਹੁਤ ਮਿਹਰਬਾਨੀ ਗਿੱਲ ਸਾਹਿਬ, ਬਹੁਤ ਸ਼ੁਕਰੀਆ ਜੀ ਕਾਲੋ ਸਾਹਿਬ। ਤੇ ਆਪਾਂ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਬਹੁਤ ਜਲਦੀ ਸੁਸ਼ੀਲ ਦਸਾਂਝ ਇਹਨਾਂ ਨੂੰ ਲੈ ਕੇ ਚੰਡੀਗੜ੍ਹ ਸਟੂਡੀਓ ਤੋਂ ਦੁਬਾਰਾ ਪੇਸ਼ ਹੋ ਰਹੇ ਹਾਂ, ਤੇ ਇੱਕ ਛੋਟਾ ਜਿਹਾ ਬ੍ਰੇਕ ਇੱਥੇ ਲਵਾਂਗੇ। ਤੇ ਕਾਲੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਆਪਣੇ ਦਰਸ਼ਕਾਂ ਦਾ ਵੀ ਕਰਦੇ ਹਾਂ ਜੀ ਧੰਨਵਾਦ। ਤੁਹਾਡਾ ਵੀ ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।